ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਹੁ ਜਵਾਲਾ ਬਮਣੀ ਤਬ ਤਿਆਗੀ। ਉਦੇ ਸਿੰਘ ਕੇ ਕੇਤਕ ਲਾਗੀ। ਘਾਇਲ ਭਇਓ ਸ਼ਰੋਣ ਨਿਚਰੰਤਾ। ਭੀਗੇ ਸਰਬ ਚੀਰ ਨਿਕਰੰਤਾ। ਬਹੁ ਜਵਾਲਾ ਬਮਣੀ ਤਬ ਤਿਆਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ, ਬੈਠਣ ਦਾ, ਦਰਸ਼ਨ ਦੀਦਾਰ ਕਰਨ ਦਾ ਸੁਭਾਗ ਬਖਸ਼ਿਆ ਹੈ। ਉਮਰ ਸੋਈ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ। ਉਮਰ ਦਾ ਉਹੀ ਹਿੱਸਾ ਲੇਖੇ ਦੇ ਵਿੱਚ ਹੈ ਜੋ ਮਾਲਕ ਦੀ ਯਾਦ ਦੇ ਵਿੱਚ ਬਤੀਤ ਹੋਵੇ। ਇਹ ਸਮਾਂ ਧਨਤਾ ਦੇ ਯੋਗ ਹੈ, ਭਾਗਾਂ ਵਾਲਾ ਹੈ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਜੋ ਇਹ ਦਿਨ ਚੱਲ ਰਹੇ ਹਨ ਸਾਧ ਸੰਗਤ ਜੀ, ਇਹ ਸਤਿਗੁਰੂ ਨਾਮੇ ਪਾਤਸ਼ਾਹ ਜੀ ਦੀ ਮਹਾਨ ਕੁਰਬਾਨੀ ਦੇ ਦਿਨ ਹਨ, ਜਿੱਥੇ ਆਪਾਂ ਲੜੀਵਾਰ ਰੂਪ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਪੜ੍ਹ ਸੁਣ ਰਹੇ ਹਾਂ। ਉੱਥੇ ਸਾਧ ਸੰਗਤ ਜੀ ਕੱਲ੍ਹ ਨੂੰ ਸਤਿਗੁਰੂ ਨਾਮੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ, ਔਰ ਮਹਾਰਾਜ ਸਾਹਿਬ ਜੀ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖਾਂ ਦੀ ਸ਼ਹਾਦਤ ਹੋਈ ਹੈ। ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਔਰ ਗਰੀਬ ਨਵਾਜ ਸਾਹਿਬ ਜੀ ਨੇ ਜਦੋਂ ਜਾ ਕਰਕੇ ਗ੍ਰਿਫਤਾਰੀ ਦਿੱਤੀ ਸੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਗਰੇ ਤੋਂ ਕੌਤਕ ਕਰਕੇ ਆਜੜੀ ਦੇ ਰਾਹੀਂ ਗ੍ਰਿਫਤਾਰੀ ਦੇਣੀ, ਦਿੱਲੀ ਜਾਣਾ ਔਰ ਗੁਰੂ ਸਾਹਿਬ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇਣੇ, ਕਈ ਤਰ੍ਹਾਂ ਦੀਆਂ ਗੱਲਾਂ ਔਰੰਗਜ਼ੇਬ ਬਾਦਸ਼ਾਹ ਨੇ ਕਰਨੀਆਂ ਕਿ ਸਤਿਗੁਰੂ ਜੀ ਮੈਂ ਚਾਹੁੰਦਾ ਹਾਂ ਕਿ ਮਜ਼੍ਹਬਾਂ ਦੇ ਝਗੜੇ ਹੁੰਦੇ ਰਹਿੰਦੇ ਆ,
ਲੜਾਈਆਂ ਹੁੰਦੀਆਂ ਰਹਿੰਦੀਆਂ ਧਰਮਾਂ ਦੀਆਂ। ਇਸ ਕਰਕੇ ਇੱਕੋ ਹੀ ਧਰਮ ਹੋਣਾ ਚਾਹੀਦਾ ਹੈ। ਤੇ ਮੇਰਾ ਖਿਆਲ ਹੈ ਵੀ ਇਕੱਲਾ ਇਸਲਾਮ ਹੀ ਹੋਣਾ ਚਾਹੀਦਾ ਹੈ, ਵੀ ਸਾਰੇ ਮੁਸਲਮਾਨ ਹੀ ਹੋਣੇ ਚਾਹੀਦੇ ਹਨ। ਤੇ ਮਹਾਰਾਜ ਤੁਸੀਂ ਇਸਲਾਮ ਧਾਰਨ ਕਰ ਲਓ, ਅਸੀਂ ਤੁਹਾਨੂੰ ਆਪਣਾ ਪੀਰ ਕਰਕੇ ਪੂਜਾਂਗੇ। ਤੇ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਬਾਦਸ਼ਾਹ, ਜੇ ਇਕੱਲਾ ਇਸਲਾਮ ਹੀ ਹੋਣਾ ਚਾਹੀਦਾ ਹੈ ਤੇ ਫਿਰ ਹਿੰਦੂਆਂ ਦੇ ਘਰ ਵਿੱਚ ਪਰਮੇਸ਼ਰ ਕਿਸੇ ਨੂੰ ਜਨਮ ਹੀ ਨਾ ਦੇਵੇ, ਜਨਮ ਦੇਣਾ ਹੀ ਬੰਦ ਕਰ ਦੇਵੇ, ਆਪੇ ਇਕੱਲੇ ਮੁਸਲਮਾਨ ਹੀ ਹੋ ਜਾਣ। ਇਹ ਇਤਿਹਾਸ ਵਿੱਚ ਲਿਖਿਆ ਵਚਨ ਹੈ। ਮਹਾਰਾਜ ਕਹਿੰਦੇ ਵੀ ਉਹ ਪਰਮੇਸ਼ਰ ਵਾਹਿਗੁਰੂ ਦੀ ਰਚਨਾ ਹੈ, ਜਿਵੇਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਹੋਵੇਗਾ, ਬੰਦੇ ਦੇ ਕੀਤਿਆਂ ਕੁਝ ਨਹੀਂ ਹੁੰਦਾ। ਔਰ ਕੱਲ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਨਾਵੇਂ ਪਾਤਸ਼ਾਹ ਨੇ। ਕੱਲ ਦਸਮ ਪਾਤਸ਼ਾਹ ਦਾ ਗੁਰਿਆਈ ਪੁਰਬ ਸੀ ਨਾ, ਉੱਥੋਂ ਹੀ 5 ਪੈਸੇ ਨਾਲੀਏਰ ਤੇ ਭੋਗ ਦੇ ਸ਼ਲੋਕ ਭੇਜੇ ਸਨ ਮਹਾਰਾਜ ਸਾਹਿਬ ਜੀ ਨੇ। ਉਹਨਾਂ ਭੋਗ ਦੇ ਸ਼ਲੋਕਾਂ 'ਚ ਇੱਕ ਬਚਨ ਇਹ ਵੀ ਕਿਹਾ ਕਿ ਮਨੁੱਖ ਦੇ ਸੋਚਿਆਂ ਮਨੁੱਖ ਦੇ ਕੀਤਿਆਂ ਕੁਝ ਨਹੀਂ ਹੁੰਦਾ, ਹੁੰਦਾ ਉਹ ਆ ਜੋ ਕਰਤਾਰ ਕਰਦਾ ਹੈ। ਅਸੀਂ ਜਿੰਨੇ ਸੰਸਾਰੀ ਮਨੁੱਖ ਵਾਂ, ਸਾਡੀਆਂ ਸੋਚਾਂ ਸਾਡੇ ਫੁਰਨੇ ਸਾਰਿਆਂ ਦੇ ਵੱਖਰੇ ਵੱਖਰੇ। ਤੇ ਇਹ ਵੀ ਗਰੀਬ ਨਵਾਜ ਨੇ ਕਿਹਾ ਵੀ ਮਨੁੱਖ ਨੂੰ ਮਾੜਾ ਨਹੀਂ ਸੋਚਣਾ ਚਾਹੀਦਾ, ਚੰਗਾ ਸੋਚਣਾ ਚਾਹੀਦਾ, ਮਾੜੇ ਕਰਮ ਨਹੀਂ ਕਰਨੇ ਚਾਹੀਦੇ, ਚੰਗੇ ਕਰਨੇ ਚਾਹੀਦੇ ਆ। ਪਰ ਨਾਲ ਭੋਗ ਦੇ ਸ਼ਲੋਕਾਂ 'ਚ ਇੱਕ ਬਚਨ ਇਹ ਨਾਵੇਂ ਪਾਤਸ਼ਾਹ ਨੇ ਫਰਮਾਇਆ, ਨਰ ਚਾਹਤ ਕਛ ਔਰੈ ਕੀ ਔਰੈ ਭਈ। ਮਨੁੱਖ ਕੁਝ ਹੋਰ ਚਾਹੁੰਦਾ ਹੈ ਤੇ ਹੋਰ ਦੀ ਹੋਰ ਹੋ ਜਾਂਦੀ ਹੈ। ਚਿਤਵਤ ਰਹੇ ਉਹ ਠਗੌਰ, ਚਿਤਵਦਾ ਵਾ ਵੀ ਮੈਂ ਦੂਜੇ ਨਾਲ ਠੱਗੀ ਮਾਰਾਂ। ਨਾਨਕ ਫਾਸੀ ਗਲ ਪਰੀ, ਪਰ ਆਪਦੇ ਗਲ 'ਚ ਫਾਈ ਪੈ ਜਾਂਦੀ ਹੈ। ਫਾਈ ਦੂਸਰੇ ਵਾਸਤੇ ਤਿਆਰ ਕਰਦਾ ਹੈ, ਪਰ ਫਾਈ ਆਪਦੇ ਗਲ ਵਿੱਚ ਪੈ ਜਾਂਦੀ ਹੈ। ਮਹਾਰਾਜ ਕਹਿੰਦੇ ਵੀ ਨਰ ਚਾਹਤ ਕਛ ਔਰ, ਮਨੁੱਖ ਕੁਝ ਹੋਰ ਹੀ ਕਰਨਾ ਚਾਹੁੰਦਾ ਹੈ, ਪਰ ਹੋਰ ਦੀ ਹੋਰ ਹੋ ਜਾਂਦੀ, ਆਪਣੇ ਆਪ ਨਹੀਂ ਹੋ ਜਾਂਦੀ। ਕਰਨਹਾਰ ਕਰਦਾ ਹੈ ਤਾਂ ਹੁੰਦੀ ਹੈ। ਜੋ ਪਰਮੇਸ਼ਰ ਵਾਹਿਗੁਰੂ ਕਰਦਾ ਹੈ ਉਹ ਹੁੰਦਾ ਹੈ। ਸਤਿਗੁਰੂ ਕਹਿੰਦੇ ਬਾਦਸ਼ਾਹ ਤੇਰੇ ਸੋਚਿਆਂ ਕੀ ਹੋਵੇਗਾ, ਤੂੰ ਕਹਿੰਦਾ ਹੈ ਵੀ ਇਕੱਲਾ ਇਸਲਾਮ ਹੀ ਹੋਵੇ, ਨਹੀਂ ਪਰਮੇਸ਼ਰ ਨੂੰ ਕੁਝ ਹੋਰ ਪਾਉਂਦਾ ਹੈ। ਗਰੀਬ ਨਵਾਜ ਸਾਹਿਬ ਜੀ ਨੂੰ ਇੱਕ ਹਵੇਲੀ ਵਿੱਚ ਰਾਤ ਰੱਖਿਆ ਗਿਆ, ਕਿਉਂਕਿ ਕੱਲ ਨੂੰ ਭਾਵੇਂ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ, ਪਰ ਸਾਰੇ ਮਹਾਰਾਜ ਦੇ ਇਤਿਹਾਸ ਦੇ ਬਚਨ ਕੱਲ ਨੂੰ ਨਹੀਂ ਬੋਲੇ ਜਾ ਸਕਦੇ। ਕੁਝ ਅੱਜ ਬੇਨਤੀ ਸਾਂਝੀ ਕਰਾਂਗੇ, ਕੁਝ ਕੱਲ ਨੂੰ। ਇੱਕ ਹਵੇਲੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੂੰ ਰੱਖਿਆ ਗਿਆ। ਇਤਿਹਾਸ ਵਿੱਚ ਲਿਖਿਆ ਵੀ ਲੋਕ ਉਹਨੂੰ ਭੂਤਾਂ ਵਾਲੀ ਹਵੇਲੀ ਕਹਿੰਦੇ ਸੀ। ਲੋਕ ਦਿਨੇ ਜਾਂਦਿਆਂ ਵੀ ਡਰਦੇ ਸੀ। ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਵੀ ਇਹਨਾਂ ਨੂੰ ਉਸ ਹਵੇਲੀ ਵਿੱਚ ਰੱਖੋ, ਜਾਂ ਤੇ ਆਪਣੀ ਗੱਲ ਮੰਨ ਲੈਣਗੇ ਜਾਂ ਉੱਥੇ ਭੂਤਾਂ ਤੋਂ ਖਤਮ ਹੋ ਜਾਣਗੇ। ਹੁਣ ਜਦੋਂ ਉੱਥੇ ਰੱਖਿਆ ਤੇ ਉੱਥੇ ਗੁਪਤ ਰੂਹਾਂ ਨੇ ਵੀ, ਉਸ ਪ੍ਰੇਤ ਨੇ ਵੀ ਮਹਾਰਾਜ ਦੀ ਸੇਵਾ ਕੀਤੀ ਨਾਵੇਂ ਪਾਤਸ਼ਾਹ ਦੀ। ਕਿਉਂਕਿ ਗੁਰੂ ਦੀ ਸੇਵਾ ਇਕੱਲੇ ਮਨੁੱਖ ਹੀ ਨਹੀਂ ਕਰਦੇ, ਦੇਵਤੇ ਵੀ ਕਰਦੇ ਤੇ ਗੁਪਤ ਰੂਹਾਂ ਵੀ ਕਰਦੀਆਂ। ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ, ਦੇਵੀਆਂ ਦੇਵਤੇ ਵੀ ਕਰਦੇ ਆ ਤੇ ਸਾਰੀ ਜਿੰਨੀ ਰਚਨਾ ਸਾਰੀ ਕਾਇਨਾਤ ਗੁਰੂ ਦੇ ਚਰਨਾਂ ਤੇ ਝੁਕਦੀ ਹੈ। ਔਰ ਉੱਥੇ ਮਹਾਰਾਜ ਸਾਹਿਬ ਜੀ ਨੇ ਗੰਨੇ ਚੂਪੇ ਤੇ ਉਹਦੀਆਂ ਛਿੱਲਾਂ ਬਾਹਰ ਸੁੱਟੀਆਂ ਹਵੇਲੀ ਚੋਂ ਬਾਹਰ। ਮਹਾਰਾਜ ਦੇ ਸਿੱਖ ਤੇ ਭਾਈ ਮਤੀ ਦਾਸ ਜੀ ਨੇ ਉਹ ਛਿੱਲਾਂ ਚੂਪੀਆਂ। ਤੇ ਪਹਿਲਾਂ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਸੀ, ਉਹ ਮਹਾਰਾਜ ਸਾਹਿਬ ਜੀ ਦਾ ਸੀਤ ਪ੍ਰਸ਼ਾਦ ਜਾਣ ਕੇ ਜਦੋਂ ਛਿੱਲਾਂ ਚੂਪੀਆਂ ਨਾ, ਤੇ ਫਿਰ ਐਸੀ ਸ਼ਕਤੀ ਆਈ ਤੇ ਬੇਨਤੀ ਕੀਤੀ ਵੀ ਜੇ ਸਤਿਗੁਰੂ ਜੀ ਆਗਿਆ ਦੇ ਦੇਣ ਤੇ ਜਿੰਨੇ ਤੁਰ ਕੇ ਜ਼ੁਲਮ ਕਰ ਰਹੇ ਆ ਸਤਿਗੁਰਾਂ ਦੇ ਉੱਤੇ, ਤੇ ਮੈਂ ਸਾਰਾ ਤੁਰਖਾਨਾ ਹੀ ਖਤਮ ਕਰ ਦੇਵਾਂ, ਸਾਰਾ ਤੁਰਖਾਨਾ ਖਤਮ ਕਰ ਦੇਵਾਂ ਤੇ ਦਿੱਲੀ ਲਾਹੌਰ ਨੂੰ ਸਮਾਪਤੀ ਕਰ ਲਵਾਂ। ਇੱਕ ਹੱਥ ਤੇ ਦਿੱਲੀ ਨੂੰ ਚੁੱਕ ਲਵਾਂ ਤੇ ਇੱਕ ਹੱਥ ਦੇ ਉੱਤੇ ਲਾਹੌਰ ਨੂੰ ਚੁੱਕ ਦੇਵਾਂ, ਤਾੜੀ ਮਾਰ ਕੇ ਮਲੀਆ ਮੇਟ ਕਰ ਦੇਵਾਂ ਇਹਨਾਂ ਦਾ। ਜੇ ਸਤਿਗੁਰੂ ਚਾਹੁਣ ਤੇ ਕਰਵਾ ਸਕਦੇ ਆਪਣੇ ਇੱਕ ਸਿੱਖ ਤੋਂ ਹੀ ਇਸ ਤਰ੍ਹਾਂ। ਗੁਰਬਾਣੀ 'ਚ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਸਿੱਖ ਤੇ ਉੱਤੇ ਜਦੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ
ਤੇ ਉਹਨੂੰ ਸਾਧੂ ਬਣਾ ਦਿੰਦੇ ਆ, ਉਹਨੂੰ ਸੰਤ ਬਣਾ ਦਿੰਦੇ ਆ, ਉਹਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਆ। ਤੇ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੁੰਦਾ, ਤੇ ਪਰਮੇਸ਼ਰ ਦੀ ਸ਼ਕਤੀ ਜਿਹੜੀ ਉਹ ਕਹਿਣ ਕਥਨ ਤੋਂ ਬਾਹਰ ਹੀ ਹੁੰਦੀ ਹੈ। ਪਰ ਮਹਾਰਾਜ ਸਾਹਿਬ ਜੀ ਉਨੀ ਜਰਨ ਸ਼ਕਤੀ ਵੀ ਨਾਲ ਦੇ ਦਿੰਦੇ ਆ, ਨਹੀਂ ਤੇ ਬਹੁਤ ਕੁਝ ਕਰ ਸਕਦਾ। ਜਦੋਂ ਇਹ ਗੱਲ ਕਹੀ ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਨੇ ਆਖਿਆ, ਬੇਨਤੀ ਕਰਕੇ ਆਗਿਆ ਵੀ ਮੰਗੀ ਕਿ ਮਹਾਰਾਜ ਤੁਸੀਂ ਆਗਿਆ ਦਿਓ ਤੇ ਇਹਨਾਂ ਜ਼ਾਲਮਾਂ ਨੂੰ ਖਤਮ ਕਰ ਦੇਵਾਂ ਮੈਂ। ਮਹਾਰਾਜ ਕਹਿੰਦੇ ਵੀ ਭਾਈ ਮਤੀ ਦਾਸ, ਇੰਨੀ ਸ਼ਕਤੀ ਕਿੱਥੋਂ ਆਈ ਬਈ ਤੇਰੇ ਵਿੱਚ? ਨਾਵੇਂ ਪਾਤਸ਼ਾਹ ਨੇ ਪੁੱਛਿਆ। ਕਹਿਣ ਲੱਗਾ, ਮਹਾਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜਿਹੜਾ ਤੁਸੀਂ ਗੰਨਾ ਚੂਪ ਕੇ ਛਿੱਲਾਂ ਛੁੱਟੀਆਂ ਨਾ, ਉਹ ਛਿੱਲਾਂ ਮੈਂ ਆਪ ਜੀ ਦਾ ਸੀਤ ਪ੍ਰਸ਼ਾਦ ਜਾਣ ਕੇ ਜਦੋਂ ਚੂਪੀਆਂ ਤੇ ਸ਼ਕਤੀ ਆਪ ਜੀ ਦੇ ਵਿੱਚੋਂ ਪ੍ਰਾਪਤ ਹੋਈ ਹੈ। ਪਹਿਲਾਂ ਵੀ ਕਈ ਵਾਰੀ ਮਹਾਰਾਜ ਸਾਹਿਬ ਜੀ ਦਾ ਸੀਤ ਪ੍ਰਸ਼ਾਦ ਛਕਿਆ। ਜਦੋਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੁੰਦੀ ਹੈ ਤੇ ਕੜਾਹ ਪ੍ਰਸ਼ਾਦ ਨੂੰ ਕਿਰਪਾਨ ਭੇਟ ਹੁੰਦੀ ਹੈ ਨਾ, ਤੇ ਫਿਰ ਆਪਾਂ ਕੜਾਹ ਪ੍ਰਸ਼ਾਦ ਪ੍ਰਾਪਤ ਕਰਦੇ ਹਾਂ। ਇਹ ਐਸੀ ਭਾਵਨਾ ਰੱਖ ਕੇ ਹੀ ਛਕਣਾ ਚਾਹੀਦਾ ਵੀ ਇਹ ਪਹਿਲਾਂ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਛਕਿਆ ਹੈ ਤੇ ਫਿਰ ਸਾਨੂੰ ਦਿੱਤਾ ਆਪਣਾ ਸੀਤ ਪ੍ਰਸ਼ਾਦ। ਸੀਤ ਪ੍ਰਸ਼ਾਦ ਜਦੋਂ ਪ੍ਰਸ਼ਾਦ ਵਰਤਦਾ ਹੋਵੇ, ਜਿੰਨਾ ਮਿਲਦਾ ਉਹਨਾਂ ਭਾਵਨਾ ਨਾਲ ਲੈ ਲੈਣਾ ਚਾਹੀਦਾ, ਨਾ ਥੋੜਾ ਤੇ ਨਾ ਬਹੁਤਾ ਨਹੀਂ ਕਹਿਣਾ ਚਾਹੀਦਾ। ਇੱਕ ਵਾਰੀ ਉਹਨਾਂ ਲੈ ਲਓ ਤੇ ਫਿਰ ਉਹ ਜਿੰਨਾ ਛਕਣਾ ਉਹਨਾਂ ਛਕ ਲੈਣਾ ਚਾਹੀਦਾ, ਬਾਕੀ ਨਾਲ ਦੇ ਨੂੰ ਦੇ ਦਿਓ, ਨਹੀਂ ਤੇ ਜਿੰਨਾ ਪ੍ਰਸ਼ਾਦ ਛਕ ਹੀ ਲੈਣਾ ਚਾਹੀਦਾ। ਪਰ ਨਾ ਨਹੀਂ ਕਰਨੀ ਚਾਹੀਦੀ। ਰਹਿਤਨਾਮਿਆਂ 'ਚ ਐਸਾ ਵੀ ਵਚਨ ਆਉਂਦਾ ਵਾ ਵੀ ਪ੍ਰਸ਼ਾਦ ਵਰਤਾਉਣ ਵਾਲਾ ਵੀ ਵਿਤਕਰਾ ਨਾ ਕਰੇ, ਇੱਕੋ ਜਿਹਾ ਵਰਤਾਵੇ, ਤੇ ਲੈਣ ਵਾਲਾ ਵੀ ਲੋਭ ਨਾ ਕਰੇ, ਜਿੰਨਾ ਮਿਲਦਾ ਉਹਨਾਂ ਭਾਵਨਾ ਨਾਲ ਲੈ ਲਵੇ। ਇਹ ਮਰਿਆਦਾ ਹੈ ਗੁਰੂ ਕੇ ਕੜਾ ਪ੍ਰਸ਼ਾਦ ਦੀ। ਵਰਤਾਉਣ ਵਾਲਾ ਵੀ ਇੱਕ ਰਸ ਵਰਤਾਵੇ ਤੇ ਲੈਣ ਵਾਲਾ ਵੀ ਉਹਨਾਂ ਲਵੇ ਜਿੰਨਾ ਮਿਲਦਾ। ਤੇ ਗੁਰੂ ਕਾ ਸੀਤ ਪ੍ਰਸ਼ਾਦ ਵੀ ਪਹਿਲਾਂ ਗੁਰੂ ਜੀ ਨੇ ਛਕਿਆ, ਉਹਦੇ ਚੋਂ ਸਾਨੂੰ ਮਿਲਿਆ, ਉਹਨੂੰ ਸੀਤ ਪ੍ਰਸ਼ਾਦ ਕਹਿੰਦੇ। ਇਹ ਗੁਰੂ ਕਾ ਸੀਤ ਪ੍ਰਸ਼ਾਦ। ਭਾਈ ਮਤੀ ਦਾਸ ਸਾਹਿਬ ਨੇ ਆਖਿਆ ਵੀ ਸਤਿਗੁਰੂ ਆਪ ਜੀ ਦੇ ਇਹ ਜਦੋਂ ਛਿੱਲਾਂ ਨੂੰ ਮੈਂ ਚੂਪਿਆ, ਆਪ ਜੀ ਦੇ ਸੀਤ ਪ੍ਰਸ਼ਾਦ ਨਾਲ ਮੇਰੇ ਵਿੱਚ ਇਹ ਸ਼ਕਤੀ ਆਈ ਆ। ਹੁਣ ਮੈਂ ਸਾਰੇ ਮਲਖਈਏ ਨੂੰ ਖਤਮ ਕਰ ਸਕਦਾ। ਤੇ ਸਤਿਗੁਰੂ ਨਾਵੇਂ ਪਾਤਸ਼ਾਹ ਕਹਿੰਦੇ ਵੀ ਮਤੀ ਦਾਸ, ਜੇ ਤੇਰੇ ਵਿੱਚ ਸ਼ਕਤੀ ਆਈ ਆ, ਤੂੰ ਦੱਸ ਵੀ ਸਾਡੇ ਵਿੱਚ ਸ਼ਕਤੀ ਹੈ ਕਿ ਨਹੀਂ ਹੈ? ਤੇ ਸਿੱਖ ਨੇ ਆਖਿਆ, ਮਹਾਰਾਜ ਤੁਸੀਂ ਤੇ ਸਮੁੰਦਰ ਹੋ ਸ਼ਕਤੀ ਦਾ, ਮੈਂ ਤੇ ਇੱਕ ਬੂੰਦ ਆ ਤੁਹਾਡੇ ਸਾਹਮਣੇ। ਤੁਹਾਡੇ ਤੋਂ ਮੈਨੂੰ ਪ੍ਰਾਪਤ ਹੋਈ ਹੈ, ਤੁਸੀਂ ਸਾਗਰ ਹੋ, ਮੈਂ ਤਾਂ ਇੱਕ ਬੂੰਦ ਹਾਂ। ਤੇ ਮਹਾਰਾਜ ਕਹਿੰਦੇ, ਸਿੱਖਾ ਜੇ ਸਮੁੰਦਰ ਜਰ ਕੇ ਬੈਠਾ ਤੇ ਬੂੰਦ ਨੂੰ ਵੀ ਜਰ ਲੈਣੀ ਚਾਹੀਦੀ ਹੈ। ਜੇ ਅਸੀਂ ਜਰ ਕੇ ਬੈਠੇ ਹਾਂ ਤੇ ਸਿੱਖਾ ਤੂੰ ਵੀ ਜਰ ਲਾ। ਇਹ ਭਾਣਾ ਹੈ, ਭਾਣੇ ਨੂੰ ਮੰਨ, ਰਜਾਵ ਵਿੱਚ ਰਹਿ। ਬਹੁਤ ਕੁਝ ਦਿਲ ਵਿੱਚ ਆਇਆ ਸੀ ਵੀ ਸਭ ਨੂੰ ਸਮਾਪਤ ਹੀ ਕਰ ਦੇਵਾਂ, ਪਰ ਦਿਲ ਦੀਆਂ ਦਿਲ 'ਚ ਹੀ ਲੈ ਕੇ ਬਹਿ ਗਿਆ ਭਾਈ ਮਤੀ ਦਾਸ। ਇਹ ਗੱਲ ਸਿਪਾਹੀਆਂ ਨੇ ਸੁਣ ਲਈ। ਸਿਪਾਹੀਆਂ ਤੋਂ ਕਾਜੀ ਤੋਂ ਚਲੇ ਗਈ। ਕਾਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਸੁਣਾ ਦਿੱਤੀ। ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਭਾਈ ਮਤੀ ਦਾਸ ਸਾਹਿਬ ਜੀ ਨੂੰ ਪੁੱਛਿਆ ਵੀ ਸਿੱਖਾ ਇਸ ਤਰ੍ਹਾਂ ਕਰ ਸਕਦਾ ਹੈ ਤੂੰ, ਜਿਹੜੀ ਗੱਲ ਤੂੰ ਕਹੀ ਹੈ ਕਿ ਤੂੰ ਐਵੇਂ ਫੜ ਮਾਰ ਦਿੱਤੀ ਹੈ, ਮੈਂ ਸਾਰੇ ਮਲਕਈਏ ਨੂੰ ਖਤਮ ਕਰ ਦੇਵਾਂਗਾ, ਕਰ ਸਕਦਾ ਹੈ? ਭਾਈ ਮਤੀ ਦਾਸ ਸਾਹਿਬ ਕਹਿੰਦੇ, ਕਰ ਸਕਦਾ। ਗੁਰੂ ਕਾ ਬ੍ਰਹਮ ਗਿਆਨੀ ਸਿੱਖ। ਗੁਰਬਾਣੀ 'ਚ ਇਹ ਬਚਨ ਵੀ ਆਉਂਦਾ ਵਾ ਵੀ ਜਿਹੜੇ ਕਮਾਈ ਵਾਲੇ, ਉਹਨਾਂ ਦੀ ਬਰਕਤ ਅਸੰਖਾਂ ਤੇ ਕਰੋੜਾਂ ਖਾਂਦੇ ਆ। ਕਮਾਈ ਵਾਲਾ ਇੱਕ ਸਿੱਖ ਹੋਵੇ, ਉਹਦੀ ਬਰਕਤ ਨੂੰ ਅਸੰਖਾਂ ਤੇ ਕਰੋੜਾਂ ਖਾਂਦੇ ਆ। ਤੇ ਜੇ ਉਹਦੀ ਬਰਕਤ ਨੂੰ ਅਸੰਖਾਂ ਕਰੋੜਾਂ ਖਾ ਸਕਦੇ ਆ, ਤੇ ਜੇ ਉਹ ਚਾਹਵੇ ਤੇ ਅਸੰਖਾਂ ਕਰੋੜਾਂ ਨੂੰ ਖਤਮ ਵੀ ਕਰ ਸਕਦਾ ਨਾ। ਫਿਰ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਭਾਈ ਸਾਹਿਬ ਨੇ ਆਖਿਆ ਔਰੰਗਜ਼ੇਬ ਨੂੰ ਵੀ ਹਾਂ ਕਰ ਸਕਦਾ ਵਾਂ ਮੈਂ ਖਤਮ, ਗੁਰੂ ਕੀ ਕਿਰਪਾ ਹੈ, ਮਹਾਰਾਜ ਨੇ ਇੰਨੀ ਸ਼ਕਤੀ ਦਿੱਤੀ ਆ ਮੈਨੂੰ। ਤੇ ਕਹਿੰਦੇ ਕਰਦਾ ਕਿਉਂ ਨਹੀਂ? ਕਹਿੰਦਾ ਆਗਿਆ ਨਹੀਂ ਗੁਰੂ ਸਾਹਿਬ ਦੀ, ਹੁਕਮ ਨਹੀਂ, ਮੈਂ ਹੁਕਮ 'ਚ ਰਹਿਣ ਵਾਲਾ ਹਾਂ, ਮਹਾਰਾਜ ਦੀ ਆਗਿਆ 'ਚ ਰਹਿਣ ਵਾਲਾ ਵਾ। ਇਸ ਕਰਕੇ ਗੁਰੂ ਸਾਹਿਬ ਦੀ ਜੇ ਆਗਿਆ ਹੋਵੇ ਤੇ ਸਭ ਕੁਝ ਕਰ ਸਕਦਾ। ਫਿਰ ਲਾਇਆ ਸੀ ਭਾਈ ਮਤੀ ਦਾਸ ਸਾਹਿਬ ਤੇ ਫਤਵਾ
ਵੀ ਇਹ ਸਿੱਖ ਨੇ ਆਹ ਗੱਲ ਕਹੀ ਆ, ਇਹਨੂੰ ਚੁਰਸਤੇ ਦੇ ਵਿੱਚ ਲੱਕੜਾਂ ਵਿੱਚ ਮੜ ਕੇ ਆਰੇ ਨਾਲ ਚੀਰ ਕੇ 2 ਫਾੜ ਕਰਕੇ ਖਤਮ ਕੀਤਾ ਜਾਵੇ। ਤੇ ਗੁਰੂ ਸਾਹਿਬ ਤੋਂ ਪਹਿਲਾਂ ਫਿਰ ਸਾਧ ਸੰਗਤ ਜੀ ਮਹਾਰਾਜ ਦੀ ਸ਼ਹੀਦੀ ਕੱਲ ਨੂੰ ਹੈ, ਤੇ ਉਸ ਤੋਂ ਪਹਿਲਾਂ ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਔਰ ਢੋਲ ਖੜਕਾਇਆ ਗਿਆ ਸਾਰੀ ਦਿੱਲੀ ਦੇ ਵਿੱਚ। ਆਵਾਜ਼ ਦਿੱਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਮਤੀ ਦਾਸ ਨੂੰ ਚਾਂਦਨੀ ਚੌਂਕ ਦੇ ਵਿੱਚ ਆਰੇ ਨਾਲ ਚੀਰ ਕੇ 2 ਫਾੜ ਕੀਤਾ ਜਾਵੇਗਾ। ਕਹਿਣਾ ਸੌਖਾ ਹੈ, ਸੁਣਨਾ ਸੌਖਾ ਹੈ, ਕਥਾ ਕਰ ਲੈਣੀ ਸੌਖੀ ਹੈ, ਪਰ ਜਿੰਨੇ ਚੀਰੇ ਜਾਣਾ ਉਹਨੂੰ ਪਤਾ ਹੈ। ਦੁਨੀਆ ਨੇ ਲੱਕੜਾਂ ਚੀਰੀਆਂ ਜਾਂਦੀਆਂ ਵੇਖੀਆਂ, ਲੋਹਾ ਵੀ ਅੱਜ ਕੱਲ੍ਹ ਚੀਰਿਆ ਜਾਂਦਾ ਹੈ, ਪੱਥਰ ਚੀਰੇ ਜਾਂਦੇ ਆ, ਪਰ ਇਨਸਾਨ ਚੀਰਿਆ ਗਿਆ, ਸਿੱਖ ਚੀਰਿਆ ਗਿਆ। ਦਿੱਲੀ ਦੇ ਲੋਕਾਂ ਨੇ ਚਾਂਦਨੀ ਚੌਂਕ ਵਿੱਚ ਸਿੱਖ ਚੀਰਿਆ ਜਾਂਦਾ ਵੇਖਿਆ। ਕਹਿਣ ਲੱਗੇ ਭਾਈ ਮਤੀ ਦਾਸ ਨੂੰ ਚੀਰਿਆ ਜਾਵੇਗਾ। ਦੁਨੀਆ ਇਕੱਠੀ ਹੋਈ ਕਿ ਦੁਨੀਆ ਤੇ ਵੀ ਡਰ ਬਣੇ, ਦਬਦਬਾ ਬਣੇ। ਤੇ ਭਾਈ ਸਾਹਿਬ ਜੀ ਨੂੰ ਇਹ ਜਦੋਂ ਫਤਵਾ ਲਾਇਆ ਤੇ ਨਾਲ ਹੀ ਬਾਦਸ਼ਾਹ ਦੇ ਮਨ 'ਚ ਇਹ ਵੀ ਖਿਆਲ ਸੀ ਵੀ ਪਹਿਲੋਂ ਸਿੱਖਾਂ ਨੂੰ ਖਤਮ ਕਰਾਂਗੇ ਤੇ ਫਿਰ ਇਹ ਡਰ ਬਣੇਗਾ ਗੁਰੂ ਦੇ ਮਨ ਵਿੱਚ ਤੇ ਗੁਰੂ ਮੰਨ ਜਾਵੇਗਾ। ਵਾਰੀ ਵਾਰੀ ਖਤਮ ਕਰਾਂਗੇ ਸਿੱਖਾਂ ਨੂੰ। ਜਲਾਦ ਪੁੱਛਣ ਲੱਗੇ ਵੀ ਮਤੀ ਦਾਸ ਹੁਣ ਤੇਰੇ ਸਿਰ ਦੇ ਉੱਤੇ ਆਰਾ ਰੱਖ ਕੇ ਤੈਨੂੰ 2 ਫਾੜ ਕਰ ਦੇਣਾ ਚੀਰ ਕੇ, ਤੇਰੀ ਕੋਈ ਆਖਰੀ ਮੰਗ ਹੈ? ਇਹ ਪਿਛਲੇ ਸਮੇਂ ਤੋਂ ਚੱਲਿਆ ਆਉਂਦਾ। ਅੱਜ ਵੀ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ, ਉਹਦੇ ਤੋਂ ਆਖਰੀ ਮੰਗ ਪੁੱਛੀ ਜਾਂਦੀ। ਕਹਿੰਦੇ ਤੇਰੀ ਕੋਈ ਆਖਰੀ ਮੰਗ ਹੈ? ਤੇ ਭਾਈ ਸਾਹਿਬ ਜੀ ਉਹ ਬ੍ਰਹਮ ਗਿਆਨੀ ਗੁਰਸਿੱਖ ਹੈ, ਦ੍ਰਿੜਤਾ ਪ੍ਰਪੱਕਤਾ ਨਾਮ ਰਸ ਵਿੱਚ ਭਿੱਜੇ ਹੋਏ, ਬਾਣੀ ਬਾਣੇ ਦੇ ਧਾਰਨੀ, ਗੁਰੂ ਨਾਵੇਂ ਪਾਤਸ਼ਾਹ ਦੇ ਅਨੰਨ ਪਿਆਰੇ ਸਿੱਖ। ਉਹ ਕਹਿੰਦੇ ਵੀ ਤੁਸੀਂ ਮੇਰੀਆਂ ਮੰਗਾਂ ਕੀ ਪੂਰੀਆਂ ਕਰਨੀਆਂ? ਮੇਰੀਆਂ ਮੰਗਾਂ ਮੇਰੇ ਗੁਰੂ ਨੇ ਪੂਰੀਆਂ ਕੀਤੀਆਂ, ਵੀ ਤੁਸੀਂ ਮੇਰੀਆਂ ਮੰਗਾਂ ਕੀ ਪੂਰੀਆਂ ਕਰੋਗੇ? ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਨਾ, ਤੁਹਾਡੇ ਤੋਂ ਆਸ ਤਾਂ ਨਹੀਂ ਮੈਨੂੰ, ਪਰ ਜੇ ਕਹਿੰਦੇ ਹੋ ਜਦੋਂ ਮੇਰੇ ਸਿਰ ਤੇ ਆਰਾ ਰੱਖ ਕੇ ਚੀਰਨ ਲੱਗੋ ਤੇ ਜਿਸ ਪਿੰਜਰੇ ਦੇ ਵਿੱਚ ਮੇਰੇ ਗੁਰੂ ਸਾਹਿਬ ਜੀ ਹਨ ਉਸ ਪਿੰਜਰੇ ਵੱਲੇ ਮੇਰਾ ਚਿਹਰਾ ਹੋਵੇ, ਮੇਰਾ ਮੁੱਖ ਉਧਰਲੇ ਪਾਸੇ ਹੋਵੇ, ਤੇ ਮੈਂ ਗੁਰੂ ਸਾਹਿਬ ਜੀ ਦੇ ਦੀਦਾਰ ਕਰਦਾ ਕਰਦਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੋਇਆ 2 ਫਾੜ ਹੋ ਜਾਵਾਂ, ਆਪਣੇ ਗੁਰੂ ਦੇ ਦਰਸ਼ਨ ਕਰਦਾ ਕਰਦਾ ਮੈਂ ਸ਼ਹੀਦ ਹੋਵਾਂ। ਤੇ ਭਾਈ ਸਾਹਿਬ ਜੀ ਨੂੰ ਉਧਰਲੇ ਪਾਸੇ ਰੱਖਿਆ ਗਿਆ। ਮਹਾਰਾਜ ਸਾਹਿਬ ਜੀ ਦਾ ਸਾਹਮਣੇ ਪਿੰਜਰਾ ਹੈ ਤੇ ਗੁਰੂ ਸਾਹਿਬ ਜੀ ਨੇ ਬਚਨ ਕਹਿ ਸੀ ਵੀ ਮਤੀ ਦਾਸ ਜਿਸ ਵੇਲੇ ਤੇਰੇ ਸਿਰ ਦੇ ਉੱਤੇ ਆਰਾ ਰੱਖ ਕੇ ਚੀਰਨ ਲੱਗਣ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਤੂੰ। ਔਰ ਭਾਈ ਸਾਹਿਬ ਦੇ ਸਿਰ ਤੇ ਆਰਾ ਰੱਖਿਆ ਗਿਆ, ਪਹਿਲਾਂ ਲੱਕੜਾਂ ਦੇ ਵਿੱਚ ਜਕੜਿਆ ਗਿਆ ਸਿੱਖ ਪੂਰਾ, ਇਹ ਹਿੱਲੇ ਨਾ, ਤੇ ਫਿਰ ਸਿਰ ਦੇ ਉੱਤੇ ਆਰਾ ਰੱਖਿਆ ਗਿਆ ਤੇ ਦੋਹਾਂ ਪਾਸਿਓਂ ਫਿਰ ਚੀਰਨ ਲੱਗੇ ਸਿਰ ਤੋਂ। ਤੇ ਭਾਈ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। 2 ਫਾੜੇ ਹੋ ਰਹੇ ਸਰੀਰ ਦੇ, ਖੂਨ ਦੀਆਂ ਤਧੀਰੀਆਂ ਵਗ ਰਹੀਆਂ ਹਨ ਔਰ ਪੈਰਾਂ ਤੀਕ ਖੂਨ ਦੇ ਫੁਹਾਰੇ ਛੁੱਟ ਰਹੇ ਹਨ, ਧਰਤੀ ਖੂਨ ਨਾਲ ਲੱਥਪੱਥ ਹੋ ਰਹੀ ਹੈ ਤੇ ਸਿੱਖ ਜਪਜੀ ਸਾਹਿਬ ਪੜ੍ਹਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਚੀਰਿਆ ਜਾਂਦਾ ਸਿੱਖ ਕਰ ਰਿਹਾ ਭਾਈ ਮਤੀ ਦਾਸ। ਸ਼ਹੀਦ ਬਿਲਾਸ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਇਸ ਪੌੜੀ ਤੇ ਆਇਆ ਨਾ ਪੜ੍ਹਦਿਆਂ ਪੜ੍ਹਦਿਆਂ ਪਾਠ ਤੇ ਸਰੀਰ ਦੇ 2 ਟੋਟੇ ਹੋ ਗਏ, ਸਹਿਜੇ ਸਹਿਜੇ ਉਹਨਾਂ ਚੀਰਿਆ ਸੀ ਨਾ, ਤੇ 2 ਟੋਟੇ ਹੋ ਗਏ ਤੇ ਇੱਕ ਇੱਧਰ ਡਿੱਗ ਪਿਆ ਤੇ ਇੱਕ ਇੱਧਰ ਡਿੱਗ ਪਿਆ ਹੈ ਤੇ ਜਪਜੀ ਸਾਹਿਬ ਦਾ ਪਾਠ ਚੱਲਦਾ ਹੈ ਉਸੇ ਤਰ੍ਹਾਂ ਹੀ, ਦੋਵਾਂ ਟੋਟਿਆਂ ਤੋਂ ਚੱਲ ਰਿਹਾ ਹੈ, ਸਰੀਰ ਦੇ ਦੋਵਾਂ ਹਿੱਸਿਆਂ ਵਿੱਚੋਂ ਹੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ। ਸਾਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ ਗੁਰੂ ਕੀ ਸੰਗਤ ਜੀ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ। ਭਾਈ ਮਤੀ ਦਾਸ ਦੇ ਸਰੀਰ ਦੇ 2 ਟੋਟੇ ਹੋ ਜਾਂਦੇ ਆ, ਜਪਜੀ ਸਾਹਿਬ ਦਾ ਪਾਠ ਫਿਰ ਵੀ ਨਹੀਂ ਰੁਕਦਾ, ਤੇ ਅਸੀਂ ਤੇ ਸਾਬਤ ਹਾਂ, ਅਸੀਂ ਤੇ ਜਿਉਂਦੇ ਹਾਂ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਕਿ ਨਹੀਂ ਕਰਦੇ। ਜੇ ਨਹੀਂ ਕਰਦੇ ਤੇ ਅਸੀਂ ਕਿਉਂ ਨਹੀਂ ਕਰਦੇ?
ਸਾਡਾ ਇਹ ਇਤਿਹਾਸ ਹੈ, ਸਾਡੇ ਬਜ਼ੁਰਗਾਂ ਨੇ, ਸਾਡੇ ਵਡੇਰਿਆਂ ਨੇ ਦੋ ਟੋਟੇ ਹੋ ਕੇ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ। ਤੇ ਲਿਖਿਆ ਹੈ ਕਿ ਦੋਵਾਂ ਹਿੱਸਿਆਂ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਜਿਉਂ ਦਾ ਤਿਉਂ ਹੁੰਦਾ ਰਿਹਾ, ਜਿਵੇਂ ਦੋ ਸਿੰਘ ਇਕੱਠੇ ਬੈਠ ਕੇ ਭੋਗ ਨਹੀਂ ਪਾਉਂਦੇ। ਏਕਰਾਂ ਇਸ ਸੁਰ ਦੇ ਨਾਲ ਦੋਵਾਂ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਦਾ ਪਾਠ ਦੀ ਆਵਾਜ਼ ਨਿਰੰਤਰ ਆਉਂਦੀ ਰਹੀ, ਜਿੰਨਾ ਚਿਰ ਇਹ ਪੰਕਤੀਆਂ ਨਹੀਂ ਪੜੀਆਂ ਗਈਆਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾਲ। ਭਾਈ ਸਾਹਿਬ ਜੀ ਦਾ ਸਰੀਰ ਸ਼ਾਂਤ ਹੋਇਆ। ਭਾਈ ਮਤੀ ਦਾਸ ਸਾਹਿਬ ਜੀ, ਭਾਈ ਸਤੀ ਦਾਸ ਸਾਹਿਬ ਦੇ ਉੱਤੇ ਫਤਵਾ ਲਾਇਆ ਗਿਆ, ਇਹਨਾਂ ਨੂੰ ਰੂੰ ਵਿੱਚ ਲਪੇਟ ਕਰਕੇ ਤੇ ਪੈਰਾਂ ਵੱਲੋਂ ਅੱਗ ਲਾ ਕੇ ਜਿਉਂਦੇ ਸਿੱਖ ਨੂੰ ਸਾੜ ਕੇ ਖਤਮ ਕਰ ਦਿੱਤਾ ਜਾਵੇ। ਭਾਈ ਸਾਹਿਬ ਨੂੰ ਜਿਉਂਦਿਆਂ ਅੱਗ ਵਿੱਚ ਰੂੰ ਵਿੱਚ ਲਪੇਟ ਕੇ ਸਾਧ ਸੰਗਤ ਜੀ ਸਾੜ ਕੇ ਸ਼ਹੀਦ ਕੀਤਾ ਗਿਆ। ਭਾਈ ਸਾਹਿਬ ਭਾਈ ਦਿਆਲਾ ਜੀ, ਉਹਨਾਂ ਤੇ ਫਤਵਾ ਲਾਇਆ ਗਿਆ, ਇਹਨਾਂ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਜਾਵੇ, ਖਤਮ ਕੀਤਾ ਜਾਵੇ। ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਚੌਂਕੜਾ ਲਾ ਕੇ ਨਾਮ ਜਪਦੇ ਬਾਣੀ ਪੜ੍ਹਦਿਆਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਔਰ ਗਰੀਬ ਨਵਾਜ ਨਾਮੇ ਪਾਤਸ਼ਾਹੀ ਦੀ ਜਿਵੇਂ ਸ਼ਹਾਦਤ ਹੋਈ, ਉਹ ਕੁਝ ਬੇਨਤੀਆਂ ਕੱਲ ਦੇ ਦੀਵਾਨ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ, ਜੋ ਲੜੀਵਾਰ ਸਾਧ ਸੰਗਤ ਜੀ ਗਾਥਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਵੇਂ ਆਨੰਦਪੁਰ ਸਾਹਿਬ ਛੱਡਿਆ, ਜਿਵੇਂ ਸਰਸਾ ਦੇ ਘਾਟ ਤੇ ਭਾਈ ਉਦੇ ਸਿੰਘ ਜੀ ਦੁਸ਼ਮਣ ਦੀ ਫੌਜ ਨਾਲ ਜੰਗ ਕਰ ਰਹੇ ਹਨ, ਭਾਈ ਜੀਵਨ ਸਿੰਘ ਜੀ ਦਾ ਜਥਾ ਗਿਆ ਹੈ, ਬਾਬਾ ਅਜੀਤ ਸਿੰਘ ਜੀ ਪਿੱਛੋਂ ਅੱਗੇ ਵਧੇ ਹਨ ਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਮਿਲੇ ਹਨ। ਉਹ ਲੜੀਵਾਰ ਪ੍ਰਸੰਗ ਦੇ ਵੀ ਆਪਾਂ ਦਰਸ਼ਨ ਕਰਨੇ ਹਨ। ਔਰ ਇਹ ਜਿਹੜੇ ਦਿਨ ਚੱਲ ਰਹੇ ਆ, ਇਹ ਵੀ ਇਤਿਹਾਸ ਦੀਆਂ ਬੇਨਤੀਆਂ ਕਰਨੀਆਂ ਜ਼ਰੂਰੀ ਸਨ। ਸੋ ਕੱਲ ਨੂੰ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ। ਕਲਗੀਧਰ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪੜੇ ਬਹੁ ਜਵਾਲਾ ਬੰਮੜੀ ਤਬ ਤਿਆਗੀ। ਇੱਥੋਂ ਤੀਕ ਸਾਧ ਸੰਗਤ ਜੀ ਆਪਾਂ ਕੱਲ ਪ੍ਰਸੰਗ ਸਰਵਣ ਕੀਤਾ ਸੀ ਕਿ ਭਾਈ ਉਦੇ ਸਿੰਘ ਜੀ ਤੇ ਨਾਲ ਦੇ ਸਾਥੀ ਸਿੰਘ ਬਹੁਤ ਚੜ੍ਹਦੀ ਕਲਾ ਦੇ ਨਾਲ ਤੁਰਕਾਂ ਤੇ ਪਹਾੜੀਆਂ ਦੀ ਫੌਜ ਦੇ ਨਾਲ ਜੰਗ ਕਰ ਰਹੇ। ਭਾਈ ਸਾਹਿਬ ਭਾਈ ਉਦੇ ਸਿੰਘ ਦੇ ਸਾਥੀ ਸ਼ਹੀਦ ਹੋ ਗਏ। ਭਾਈ ਉਦੇ ਸਿੰਘ ਜੀ ਇਕੱਲੇ ਹੀ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਬਹੁਤਿਆਂ ਦੇ ਨਾਲ ਜੰਗ ਕਰਦੇ ਹਨ, ਕੁੱਦ ਪੈਂਦੇ ਹਨ। ਉਦੇ ਸਿੰਘ ਏਕੂ ਪ੍ਰਹਾਰੈ ਅਨੇਕੂ, ਜਿਤੈ ਕੂਦ ਜਾਵੈ ਤਿਤੈ ਮਾਰ ਘਾਵੈ। ਜਿੱਧਰ ਨੂੰ ਕੁੱਦ ਕੇ ਪੈਂਦੇ ਆ, ਜਿਵੇਂ ਹਿਰਨ ਨਹੀਂ ਛਾਲਾਂ ਮਾਰਦਾ, ਹਿਰਨ ਵਾਂਗੂ ਚੁੰਗੀਆਂ ਮਾਰ ਕੇ ਟੁੱਟ ਕੇ ਪੈਂਦੇ ਹਨ। ਰੋਮ ਰੋਮ ਦੇ ਵਿੱਚ ਵੀਰ ਰਸ ਭਰਿਆ ਹੋਇਆ ਹੈ। ਜਿੱਧਰ ਛਾਲ ਮਾਰ ਕੇ ਪੈਂਦੇ ਉਧਰ ਹੀ ਮਾਰ ਮੁਕਾਉਂਦੇ। ਨਹੀਂ ਨੇਰ ਢੂਕੇ ਹਤੋ ਭਾਖ ਕੂਕੇ, ਕੋਈ ਨੇੜੇ ਨਹੀਂ ਆਉਂਦਾ, ਦੂਰੋਂ ਹੀ ਬੋਲੀ ਜਾਂਦੇ ਵੀ ਮਾਰ ਲਓ। ਤੇ ਨਾਲੇ ਦੁਸ਼ਮਣ ਦਲ ਨੂੰ ਇਹ ਭੁਲੇਖਾ ਪਿਆ ਹੋਇਆ ਹੈ, ਉਹ ਕਹਿੰਦੇ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਲੜ ਰਹੇ ਆ। ਉਹ ਇਹੀ ਖਿਆਲ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਰਾਤ ਦਾ ਹਨੇਰਾ ਜੋ ਹੈ, ਅੰਮ੍ਰਿਤ ਵੇਲੇ ਦਾ ਤੜਕਾ ਹੈ, ਰਾਤ ਦਾ ਹਨੇਰਾ। ਇਸ ਕਰਕੇ ਉਹ ਇਹੀ ਖਿਆਲ ਕਰ ਰਹੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਹਨ। ਫਿਰ ਉਹਨਾਂ ਨੇ ਇੱਕੇ ਵਾਰੀ ਬਹੁ ਜਵਾਲਾ ਬੰਮਣੀ ਤਬ ਤਿਆਗੀ, ਬਹੁਤੀਆਂ ਹੀ ਬੰਦੂਕਾਂ ਦੇ ਵਿੱਚੋਂ ਗੋਲੀਆਂ ਇੱਕੇ ਵਾਰੀ ਤੁਰਕਾਂ ਤੇ ਪਹਾੜੀਆਂ ਦੀ ਫੌਜ ਨੇ ਭਾਈ ਸਾਹਿਬ ਦੇ ਉੱਤੇ ਚਲਾਈਆਂ। ਤੇ ਬਹੁਤੀਆਂ ਗੋਲੀਆਂ ਜਿਹੜੀਆਂ ਹਨ ਭਾਈ ਉਦੇ ਸਿੰਘ ਜੀ ਦੇ ਕਈ ਲੱਗ ਗਈਆਂ। ਕਹਿੰਦੇ ਵੀ ਜ਼ਖਮੀ ਹੋ ਗਿਆ, ਇਹ ਗੋਲੀਆਂ ਵੱਜ ਗਈਆਂ ਨਾ, ਤੇ ਜ਼ਖਮੀ ਹੋ ਗਿਆ ਤੇ ਖੂਨ ਨੁੱਚਣ ਲੱਗ ਪਿਆ। ਭਾਈ ਉਦੇ ਸਿੰਘ ਜੀ ਦਾ ਖੂਨ ਜਿਹੜਾ ਉਹ ਵਗ ਰਿਹਾ ਹੈ, ਜ਼ਖਮ ਹੋਏ ਪਏ ਹਨ, ਸਰੀਰ ਛਲਣੀ ਹੋਇਆ ਹੈ। ਤੇ ਭਾਈ ਉਦੇ ਸਿੰਘ ਜੀ ਦੇ ਸਾਰੇ ਸਰੀਰ ਦੇ ਬਸਤਰ ਵੀ ਭਿੱਜ ਗਏ, ਖੂਨ ਨੁੱਚੜ ਰਿਹਾ ਹੈ ਸਰੀਰ ਦੇ ਵਿੱਚੋਂ,
ਸਾਰੇ ਕੱਪੜੇ ਭਿੱਜ ਗਏ ਹਨ। ਨਹੀਂ ਮੂਰਛਾ ਪਾਏ ਸੁਤਾਹੇ। ਪਰ ਇੰਨਾ ਬਲੀ ਬਹਾਦਰ ਗੁਰੂ ਕਾ ਸਿੰਘ ਫਿਰ ਵੀ ਮੂਰਛਾ ਨਹੀਂ ਪਾਈ, ਫਿਰ ਵੀ ਬੇਹੋਸ਼ ਨਹੀਂ ਹੋਇਆ। ਗੋਲੀਆਂ ਵੀ ਵੱਜੀਆਂ ਹੋਈਆਂ ਸਰੀਰ ਦੇ ਉੱਤੇ, ਫਿਰ ਵੀ ਬੇਹੋਸ਼ ਨਹੀਂ ਹੋਇਆ, ਫਿਰ ਵੀ ਆਪਣਾ ਸ਼ਸਤਰ ਨਹੀਂ ਸੁੱਟਿਆ ਹੈ। ਕਹਿੰਦੇ ਗੋਲੀਆਂ ਵੱਜੀਆਂ ਤੋਂ ਫਿਰ ਵੀ ਕਿਰਪਾਨ ਚਲਾਈ ਜਾਂਦਾ ਜੰਗ ਦੇ ਮੈਦਾਨ ਦੇ ਵਿੱਚ, ਫਿਰ ਵੀ ਛਾਲਾਂ ਮਾਰ ਮਾਰ ਕੇ ਕਿਰਪਾਨ ਚਲਾਉਂਦਾ ਹੈ। ਸ੍ਰੀ ਗੁਰ ਇਹੀ ਜਾਣ ਰਿਪ ਅਰੇ। ਤੇ ਦੁਸ਼ਮਣ ਬੜੇ ਅੜੇ ਹੋਏ ਆ, ਬਹੁਤੀ ਗਿਣਤੀ ਵਿੱਚ। ਉਹ ਇਹੀ ਜਾਣ ਕੇ ਅੜੇ ਆ ਵੀ ਇਹ ਸ੍ਰੀ ਗੁਰੂ ਆ, ਇਹ ਗੁਰੂ ਗੋਬਿੰਦ ਸਿੰਘ ਜੀ ਲੜ ਰਿਹਾ ਹੈ। ਕਹਿੰਦੇ ਵੀ ਇਹ ਜੋਸ਼ ਵਿੱਚ ਆ ਕਰਕੇ ਇੰਨੀ ਤੇਜ਼ੀ ਦੇ ਨਾਲ ਲੜ ਰਿਹਾ, ਇਹ ਗੁਰੂ ਗੋਬਿੰਦ ਸਿੰਘ ਆਪ ਲੜ ਰਿਹਾ ਹੈ। ਕਹਿੰਦੇ ਇਹਦੇ ਸਾਥੀ ਜਿਹੜੇ ਸਿੰਘ ਸੀ ਨਾ, ਉਹ ਕਈ ਖਤਮ ਹੋ ਗਏ ਤੇ ਕਈ ਘਾਇਲ ਹੋ ਗਏ, ਕਈ ਮਰ ਗਏ ਹਨ। ਤੇ ਬਹੁਤ ਹੱਲਾ ਕਰ ਕਰਕੇ ਦੌੜ ਦੌੜ ਕੇ ਨੇੜੇ ਢੁਕੇ ਹਨ। ਮਾਰ ਮਾਰ ਕਰ ਕਹਿ ਮੁਖ ਕੂਕੇ। ਤੇ ਮਾਰ ਲਓ ਇਸ ਤਰ੍ਹਾਂ ਨੇੜੇ ਹੋ ਕੇ ਮੁਖ ਤੋਂ ਕੂਕ ਰਹੇ ਹਨ ਦੁਸ਼ਮਣ। ਨਿਕਟ ਨਹਿ ਪਹੁੰਚੇ ਰਿਪਗਨ। ਪਰ ਫਿਰ ਵੀ ਕਹਿੰਦੇ ਭਾਵੇਂ ਮਾਰ ਲਓ ਕੂਕੀ ਜਾਂਦੇ ਆ, ਪਰ ਨੇੜੇ ਨਹੀਂ ਆਉਂਦੇ, ਡਰੀ ਜਾਂਦੇ ਆ। ਤਾਂ ਉਹ ਨਿਕਟ ਨੇ ਪਹੁੰਚੇ ਰਿਪਗਨ। ਬਹੁਤੇ ਦੁਸ਼ਮਣ, ਗਿਣਤੀ ਬੜੀ ਜ਼ਿਆਦੀ ਹੈ ਉਹਨਾਂ ਦੀ, ਪਰ ਫਿਰ ਵੀ ਨੇੜੇ ਨਹੀਂ ਆ ਰਹੇ ਹਨ ਸਿੰਘ ਦੇ। ਕਿਉਂਕਿ ਹਰੇਕ ਦੇ ਮਨ ਵਿੱਚ ਡਰ ਹੈ ਵੀ ਮੈਂ ਕਿਉਂ ਮਰਾਂ, ਵੀ ਅੱਗੇ ਉਹਨੇ ਢਿੱਲ ਥੋੜਾ ਕਰਨੀ ਹੈ, ਜ਼ਖਮੀ ਸ਼ੇਰ ਨੇ, ਵੀ ਉਹ ਯੋਧਾ ਮਾਰੇਗਾ। ਇਸ ਤਰ੍ਹਾਂ ਕਹਿੰਦੇ ਜਾਣ ਕੇ ਡਰਦਾ ਹੈ ਮਨ ਉਹਨਾਂ ਦਾ। ਕਿੱਡਾ ਬਲੀ ਬਹਾਦਰ ਭਾਈ ਉਹਦੇ ਸਿੰਘ, 1.5 ਪਹਿਰ ਤੱਕ ਕੱਲੇ ਨੇ ਰੋਕ ਛੱਡਿਆ ਦੁਸ਼ਮਣ, 1.5 ਪਹਿਰ ਤੱਕ। ਸੋ ਇਹੋ ਜਿਹੀਆਂ ਵਿਚਲੀਆਂ ਸਾਧ ਸੰਗਤ ਜੀ, ਜਿਹੜੀਆਂ ਇਤਿਹਾਸ ਦੀਆਂ ਗੱਲਾਂ ਇਹੀ ਚੇਤੇ ਰੱਖਣ ਵਾਲੀਆਂ ਹੁੰਦੀਆਂ, ਸਾਰਾ ਕੁਝ ਤਾਂ ਯਾਦ ਨਹੀਂ ਰਹਿੰਦਾ ਹੈ। ਇੱਥੇ ਬਚਨ ਆਇਆ ਵੀ 1.5 ਪਹਿਰ ਤੱਕ ਭਾਈ ਉਹਦੇ ਸਿੰਘ ਜੀ ਨੇ ਸਰਸਾ ਦੇ ਘਾਟ ਤੇ ਦੁਸ਼ਮਣ ਦੀ ਫੌਜ ਨੂੰ ਰੋਕ ਕੇ ਰੱਖਿਆ। 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ, ਤੇ ਅੱਧਾ ਪਹਿਰ ਹੋਰ, 1.5 ਘੰਟਾ ਹੋਰ, 4.5 ਘੰਟੇ ਲੜਾਈ ਕੀਤੀ ਭਾਈ ਉਹਦੇ ਸਿੰਘ ਨੇ। 4.5 ਘੰਟੇ ਰੋਕ ਕੇ ਰੱਖਿਆ ਇਕੱਲੇ ਨੇ। ਕਲਗੀਧਰ ਪਾਤਸ਼ਾਹ ਦੇ ਬਚਨ ਪੂਰੇ ਕੀਤੇ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਂ। 4.5 ਘੰਟੇ ਤੀਕ ਗੁਰੂ ਕੇ ਸਿੰਘ ਨੇ ਦੁਸ਼ਮਣ ਦਲ ਨੂੰ ਰੋਕ ਕੇ ਰੱਖਿਆ ਹੈ। ਜਿੱਧਰਲੇ ਪਾਸੇ ਨਿਗਾਹ ਪੈਂਦੀ ਹੈ ਵੇਖਦਾ ਹੈ, ਜ਼ਖਮੀ ਹੋਇਆ ਵੀ ਹਮਲਾ ਕਰ ਕਰਕੇ ਟੁੱਟ ਕੇ ਪੈਂਦਾ ਹੈ ਤੇ ਵੇਖ ਕਰਕੇ ਮਾਰ ਦਿੰਦਾ ਹੈ। ਕਹਿੰਦੇ ਆਕਾਸ਼ ਵਿੱਚ ਦੇਵਤਿਆਂ ਦੇ ਘਰ ਵਾਲੀਆਂ ਅਪਸ਼ਰਾਂ, ਦੇਵ ਬਧੂਟੀਆਂ, ਉਹ ਬਵਾਨ ਲੈ ਕੇ ਆ ਗਈਆਂ। ਉਹ ਕਹਿੰਦੀਆਂ ਵੀ ਕੋਈ ਕਹਿੰਦੀ ਮੈਂ ਆਪਣੇ ਬਵਾਨ 'ਚ ਲੈ ਕੇ ਜਾਣਾ ਇਸ ਸਿੰਘ ਨੂੰ, ਕੋਈ ਕਹਿੰਦੀ ਮੈਂ ਲੈ ਕੇ ਜਾਣਾ, ਮੈਂ ਵਰਾਂਗੀ, ਇਸ ਤਰ੍ਹਾਂ ਆਖਦੀਆਂ ਹਨ। ਵੀ ਐਸਾ ਜਿਹੜਾ ਇਹ ਮਹਾਂਵੀਰ ਹੈ ਨਾ, ਵੱਡਾ ਸੂਰਬੀਰ, ਇੱਕ ਤੇ ਹੁੰਦਾ ਵੀਰ ਸੂਰਮਾ, ਇੱਥੇ ਆਇਆ ਮਹਾਂਵੀਰ, ਵੱਡਾ ਸੂਰਮਾ। ਵੀ ਉਹ ਕਹਿੰਦੀਆਂ ਵੀ ਐਸਾ ਜਿਹੜਾ ਮਹਾਂਵੀਰ ਹੈ ਨਾ, ਇਹ ਮੇਰੇ ਲਾਇਕ ਹੈ, ਇਹਦੀ ਮੈਂ ਸੇਵਾ ਕਰਨੀ, ਇਸ ਨੂੰ ਮੈਂ ਲੈ ਕੇ ਜਾਣਾ ਹੈ। ਵੀ ਇਹ ਇਕੱਲਾ ਹੀ ਲੜ ਰਿਹਾ ਹੈ, ਲੱਖੋਂ ਘਾਇਕ, ਲੱਖਾਂ ਨੂੰ ਇਹ ਇਸ ਇਕੱਲੇ ਨੇ ਹੀ ਜ਼ਖਮੀ ਕਰ ਦਿੱਤਾ, ਲੱਖਾਂ ਨੂੰ ਇਕੱਲੇ ਨੇ ਮਾਰਿਆ। ਏਡਾ ਬਲੀ ਬਹਾਦਰ ਇਹ ਸੂਰਮਾ ਹੈ ਗੁਰੂ ਕਾ। ਜਿਹੜਾ ਇਹ ਜ਼ਿਕਰ ਆਉਂਦਾ ਹੈ ਨਾ ਇਤਿਹਾਸ ਦੇ ਵਿੱਚ, ਵੀ ਦੇਵਤੇ ਆਉਂਦੇ ਜਾਂ ਉਹਨਾਂ ਦੇ ਘਰ ਵਾਲੀਆਂ ਪਸ਼ਰਾਂ ਆਉਂਦੀਆਂ, ਇਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ। ਕਈ ਵਾਰੀ ਆਮ ਇਸ ਤਰ੍ਹਾਂ ਖਿਆਲ ਕੀਤਾ ਜਾਂਦਾ ਵੀ ਇਹ ਜੀ ਮਨੋ ਕਲਪਨਾ ਹੈ। ਇਹਦਾ ਜ਼ਿਕਰ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਵੀ ਆਉਂਦਾ ਹੈ। ਜਦੋਂ ਆਪਾਂ ਪੌੜੀ ਪੜ੍ਹਦੇ ਹਾਂ
ਮਹਾਰਾਜ ਸਾਹਿਬ ਜੀ ਦੇ ਜਸ ਦੀ ਵੀ ਗੁਰੂ ਸਾਹਿਬ ਨੇ ਸਾਰੇ ਪਾਸੇ ਜਾ ਕਰਕੇ ਉਪਦੇਸ਼ ਦਿੱਤਾ ਤੇ ਸਭ ਨੂੰ ਝੁਕਾਇਆ। ਗੁਰੂ ਨਾਨਕ ਸਾਹਿਬ ਜੀ ਨੇ ਗੜ ਬਗਦਾਦ ਨਿਵਾਏ ਕਿ ਮੱਕਾ ਮਦੀਨਾ ਸਭ ਨਿਵਾਇਆ। ਸਿੱਧ 84 ਮੰਡਲੀ ਖਟ ਦਰਸ਼ਨ ਪਾਖੰਡ ਜਨਾਇਆ। ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ। ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਇਹ ਤੋਂ ਅਗਲੀ ਪੰਕਤੀ ਹੈ, ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ। ਤੇ ਅਗਲੀ ਪੰਕਤੀ ਹੈ, ਇੰਦਰਾਸਨ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਰਾਗਾਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਜਸ ਗਾਇਆ, ਰਾਗਣੀਆਂ ਨੇ ਵੀ ਗਾਇਆ, ਇੰਦਰ ਦੇਵਤੇ ਨੇ ਵੀ ਗਾਇਆ ਤੇ ਦੇਵਤਿਆਂ ਦੇ ਘਰ ਵਾਲੀਆਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਜਸ ਗਾਇਆ। ਇੰਦਰਾਸਨ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ। ਕਿਉਂਕਿ ਗੁਰਬਾਣੀ ਵਿੱਚ ਲੋਕ ਦੀ ਗੱਲ ਵੀ ਹੈ, ਪਰਲੋਕ ਦੀ ਗੱਲ ਵੀ ਹੈ, ਮਨੁੱਖ ਦੀ ਗੱਲ ਵੀ ਹੈ, ਦੇਵਤਿਆਂ ਦੀ ਗੱਲ ਵੀ ਹੈ। ਜਿਵੇਂ ਹੁਣ ਸੋਦਰ ਦੀ ਪੌੜੀ ਆਪਾਂ ਪੜ੍ਹਦੇ ਹਾਂ, ਜੇ ਕਹੀਏ ਵੀ ਸਾਨੂੰ ਤਾਂ ਦਿਸਦਾ ਨਹੀਂ ਕੁਝ, ਇਹ ਨਹੀਂ ਕਿ ਜੋ ਕੁਝ ਦਿਸਣਾ ਨਹੀਂ ਤੇ ਉਹ ਹੈ ਹੀ ਨਹੀਂ। ਬਹੁਤ ਕੁਝ, ਲੱਖਾਂ ਪਤਾਲ ਲੱਖਾਂ ਆਕਾਸ਼ ਮਹਾਰਾਜ ਨੇ ਗੁਰਬਾਣੀ 'ਚ ਬਿਆਨ ਕੀਤੇ ਆ। ਤੇ ਉਹ ਅਸੀਂ ਹੁਣ ਸੁਲਤਾਨਪੁਰ ਸਾਹਿਬ ਦੇ ਵਾਸੀ ਤੇ ਅਸੀਂ ਕਹੀਏ ਵੀ ਸੁਲਤਾਨਪੁਰ ਸਾਹਿਬ ਤੋਂ ਪਰਲੇ ਪਾਸੇ ਕੁਝ ਹੈ ਹੀ ਨਹੀਂ, ਇਹ ਤੇ ਨਹੀਂ ਹੈ। ਉਧਰ ਕਪੂਰਥਲਾ ਵੀ ਹੈ, ਇੱਧਰ ਵੀ ਪਿੰਡ ਵਸਦੇ ਆ, ਤੇ ਥੱਲੇ ਵੀ ਆ, ਧਰਤੀਆਂ ਉੱਪਰ ਵੀ ਆ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਜਦੋਂ ਸੋਦਰ ਦੀ ਪੌੜੀ ਆਪਾਂ ਜਪਜੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਬਾਣੀ 'ਚ, ਜਾਂ ਰਹਿਰਾ ਸਾਹਿਬ ਦੇ ਸਮੇਂ ਗੁਰੂ ਘਰ ਦੇ ਕੀਰਤਨੀਏ ਰਹਿਰਾ ਸਾਹਿਬ ਦੀ ਆਰੰਭਤਾ ਕਰਦੇ ਤੇ ਉਦੋਂ ਪੜ੍ਹਿਆ ਜਾਂਦਾ ਨਾ, ਗਾਵਣ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਵੀ ਇੱਕ ਦੇਵਤਾ ਨਹੀਂ, ਦੇਵਤਿਆਂ ਦੇ ਦਲ ਵਾ, ਪੂਰੀਆਂ ਫੌਜਾਂ ਦੇਵਤਿਆਂ ਦੀਆਂ। ਉਹ ਸਾਰੇ ਗਾਉਂਦੇ ਆ ਪਰਮੇਸ਼ਰ ਦੇ ਜਸ ਨੂੰ, ਗੁਰੂ ਦੇ ਜਸ ਨੂੰ। ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਉਹ ਵੀ ਉਹਦੇ ਸੋਹਣ, ਉਹਦੇ ਸੋਭ ਰਹੇ ਆ, ਸਵਾਰੇ ਹੋਏ, ਪੈਦਾ ਕੀਤੇ ਹੋਏ। ਇਸ ਕਰਕੇ ਜਿਹੜੀ ਰਚਨਾ ਹੈ ਵਾਹਿਗੁਰੂ ਜੀ ਦੀ, ਫਿਰ ਇਹ ਵੀ ਜ਼ਿਕਰ ਆਉਂਦਾ ਹੈ। ਭੱਟਾਂ ਦੇ ਸਵਈਆਂ 'ਚ ਜ਼ਿਕਰ ਆਇਆ ਵੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਨੂੰ ਗਏ ਨਾ, ਤੇ ਦੇਵਤਿਆਂ ਨੇ ਜੈ ਜੈਕਾਰ ਕੀਤੀ। ਉਹਨਾਂ ਨੇ, ਮਹਾਰਾਜ ਕਹਿੰਦੇ ਦੇਵਪੁਰੀ 'ਚ ਹੋ ਕੇ ਗਏ ਮਹਾਰਾਜ ਸੱਚਖੰਡ ਨੂੰ। ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਪਾਇਓ। ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ। ਸੁਰਦੇਵ ਦੇਵਤਿਆਂ ਨੂੰ ਹੀ ਆਖਿਆ ਉੱਥੇ, ਉਹਨਾਂ ਨੇ ਜੈ ਜੈਕਾਰ ਕੀਤੀ। ਹੁਣ ਕੱਲ ਨੂੰ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਬਾਣੀ 'ਚ ਆਖਿਆ ਵੀ ਸੰਸਾਰ ਦੇ ਵਿੱਚ ਹਾਹਾਕਾਰ ਹੋਈ ਜਦੋਂ ਮਹਾਰਾਜ ਦੀ ਸ਼ਹੀਦੀ ਹੋਈ, ਤੇ ਸੁਰਲੋਕ ਵਿੱਚ ਜੈ ਜੈਕਾਰ ਹੋਈ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ ਜੈ 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 ਸੁਰਲੋਕ। ਜੇ ਹੈ ਸੁਰਲੋਕ ਤੇ ਤਾਂ ਹੀ ਜੈ ਜੈਕਾਰ ਹੋਈ ਨਾ। ਤੋ ਇਸ ਕਰਕੇ ਕਹਿੰਦੇ ਵੀ ਉਹ ਦੇਵ ਬਧੂ ਉਹ ਬਿਬਾਨ ਲੈ ਕੇ ਆਉਂਦੀਆਂ ਵੀ ਅਸੀਂ ਇਸ ਸੂਰਮੇ ਨੂੰ ਆਪਣੇ ਬਿਬਾਨ ਤੇ ਲੈ ਕਰਕੇ ਜਾਣਾ ਹੈ। ਮਹਾਵੀਰ ਐਸਾ ਸੂਰਮਾ ਜੋ ਹੈ ਜਦੋਂ ਹਜ਼ਾਰਾਂ ਗੋਲੀਆਂ ਇੱਕੇ ਵਾਰੀ ਭਾਈ ਉਹਦੇ ਸਿੰਘ ਵੱਲ ਚੱਲੀਆਂ ਤੇ ਭਾਈ ਸਾਹਿਬ ਜੀ ਦੇ ਸਰੀਰ ਦੇ ਸਾਰੇ ਅੰਗ ਹੀ ਤੋੜ ਦਿੱਤੇ ਇੱਕੇ ਵਾਰ। ਉਹ ਇਸ ਕਰਕੇ ਥੋੜਾ ਚਲਾ ਰਹੇ ਵੀ ਇਹ ਕੋਈ ਸਿੰਘ ਆ, ਉਹ ਇਸ ਕਰਕੇ ਚਲਾ ਰਹੇ ਕਹਿੰਦੇ ਵੀ ਉਂਝ ਨਹੀਂ ਫੜੇ ਜਾਣਾ, ਇਹ ਗੁਰੂ ਗੋਬਿੰਦ ਸਿੰਘ ਆ, ਇਹ ਗੁਰੂ ਗੋਬਿੰਦ ਸਿੰਘ ਆਪ ਜੰਗ ਲੜ ਰਿਹਾ ਹੈ। ਇਸ ਕਰਕੇ ਇੱਕੇ ਵਾਰੀ ਜਦੋਂ ਅਨੇਕਾਂ ਗੋਲੀਆਂ ਚੱਲੀਆਂ ਤੇ ਭਾਈ ਉਹਦੇ ਸਿੰਘ ਜੀ ਦਾ ਅੰਗ ਅੰਗ ਭੰਨ ਕੇ ਰੱਖ ਦਿੱਤਾ ਹੈ। ਕਹਿੰਦੇ ਵੀ ਅੰਗ ਜਿਹੜੇ ਸੀ ਉਹ ਭਾਵੇਂ ਛਲਣੀ ਹੋ ਗਏ, ਪਰ ਫਿਰ ਵੀ ਸਿੰਘ ਨੇ ਹੌਸਲਾ ਨਹੀਂ ਛੱਡਿਆ। ਵੇਖੋ ਕੀ ਭਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਦੇ ਵਿੱਚ। ਵੇਖੋ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਕਤ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਤਾਕਤ। ਕਿਉਂਕਿ ਗੁਰੂ ਪਰਮੇਸ਼ਰ ਤੇ ਇੱਕ ਨਿੱਕੀ ਜੀ ਕੀੜੀ ਵੱਲੇ ਨਿਗਾਹ ਨਾਲ ਤੱਕ ਲੈਣ ਨਾ, ਤੇ ਲੱਖਾਂ ਫੌਜਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਤਬਾਹ ਕਰ ਸਕਦੀ ਆ। ਨਿੱਕੀ ਜੀ ਕੀੜੀ, ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਨਾ, ਨਿੱਕੀ ਕੀੜੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲੱਖੈ।
ਕੋਟ ਕਰੋੜਾਂ ਤੇ ਲੱਖ ਹੈ ਲੱਖਾਂ, ਲੱਖਾਂ ਕਰੋੜਾਂ ਫੌਜਾਂ ਦੇ ਉੱਤੇ ਭਾਰੂ ਪੈ ਸਕਦੀ ਇੱਕ ਨਿੱਕੇ ਜਿਹੇ ਕੀੜੇ ਜੇ ਚਾਹੁਣ ਗੁਰੂ ਸਾਹਿਬ। ਇਹ ਗੁਰਬਾਣੀ ਧੁਰ ਕੀ ਬਾਣੀ ਹੈ, ਕੋਈ ਆਮ ਕਵਿਤਾ ਥੋੜਾ ਵੀ ਉਂਝ ਹੀ ਗੱਲ ਕਹੀ ਹੈ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਵੀ ਜੇ ਪਰਮੇਸ਼ਰ ਚਾਹੁਣ ਤੇ ਇੱਕ ਨਿੱਕੀ ਜਿਹੀ ਕੀੜੀ ਤੋਂ ਵੀ ਲੱਖਾਂ ਤੇ ਕਰੋੜਾਂ ਫੌਜ ਤਬਾਹ ਕਰਵਾ ਸਕਦੇ ਆ। ਤੇ ਇਹ ਤੇ ਗੁਰੂ ਕਾ ਖੰਡੇ ਬਾਟੇ ਦਾ ਛਕਿਆ ਹੋਇਆ ਅੰਮ੍ਰਿਤ ਹੈ, ਭਾਈ ਉਹਦੇ ਸਿੰਘ ਹੈ। ਤੇ ਅੰਗ ਅੰਗ ਜਿਹੜਾ ਵਾ ਉਹ ਗੋਲੀਆਂ ਹਜ਼ਾਰਾਂ ਵੱਜੀਆਂ ਤੇ ਫੋੜ ਦਿੱਤਾ ਭਾਈ ਉਹਦੇ ਸਿੰਘ ਜੀ ਦਾ ਅੰਗ ਅੰਗ, ਪਰ ਫਿਰ ਵੀ ਹੌਸਲਾ ਨਹੀਂ ਛੱਡਿਆ, ਫਿਰ ਵੀ ਜੂਝੀ ਜਾਂਦਾ। ਕਹਿੰਦੇ ਉਸ ਤੋਂ ਬਾਅਦ ਮਸਤਕ ਵਿਖੇ ਲੱਗੀ ਜਬ ਗੋਰੀ, ਮੱਥੇ ਵਿੱਚ ਆ ਕੇ ਗੋਲੀ ਵੱਜੀ ਭਾਈ ਸਾਹਿਬ ਜੀ ਦੇ, ਉਹਨੇ ਮੱਥਾ ਪਾੜ ਦਿੱਤਾ ਹੈ, ਅੱਗੇ ਤੀਕ ਚਲੇ ਗਈ ਹੈ। ਜਦੋਂ ਮੱਥੇ ਵਿੱਚ ਗੋਲੀ ਆ ਕੇ ਵੱਜੀ ਹੈ, ਫਿਰ ਵੀ ਕਹਿੰਦੇ ਕਿ ਅਗਲੇ ਪਾਸੇ ਨੂੰ ਡਿੱਗਾ ਹੈ, ਫਿਰ ਵੀ ਕਹਿੰਦੇ ਦੁਸ਼ਮਣ ਵੱਲ ਨੂੰ ਵੱਧਦਾ ਹੋਇਆ ਹੈ, ਉਧਰ ਨੂੰ ਡਿੱਗਾ, ਭਾਵ ਵੀ ਪਛਾਣ ਹੀ ਹੋਇਆ ਹੈ, ਅੱਗੇ ਨੂੰ ਜਾਂਦਾ ਹੋਇਆ ਹੀ ਤੇ ਗੋਲੀ ਵੱਜੀ ਹੈ ਤੇ ਫਿਰ ਅਗਲੇ ਪਾਸੇ ਨੂੰ ਡਿੱਗਾ ਭਾਈ ਉਹਦੇ ਸਿੰਘ। ਅਦਰ ਕਹਿੰਦੇ ਬੁੱਲਾਂ ਨੂੰ, ਰਿਸ ਤੇ ਗੁੱਸੇ ਦੇ ਵਿੱਚ ਆਇਆ ਹੋਇਆ, ਫਿਰ ਵੀ ਵੀਰ ਰਸ ਵਿੱਚ ਆਇਆ ਹੋਇਆ, ਕਹਿੰਦੇ ਆਪਣੇ ਦੰਦਾਂ ਦੇ ਨਾਲ ਆਪਣੇ ਬੁੱਲ ਟੁੱਕਦਾ ਹੈ ਵੀ ਹੁਣ ਵੀ ਮੈਂ ਉੱਠ ਪਵਾਂ ਤੇ ਹੁਣ ਵੀ ਮੈਂ ਜੰਗ ਕਰਾਂ। ਐਸਾ ਗੁਰੂ ਕਾ ਸੂਰਮਾ, ਅੰਗ ਅੰਗ ਜਿਹੜਾ ਗੋਲੀਆਂ ਨੇ ਵਿੰਨ ਦਿੱਤਾ, ਮੱਥੇ 'ਚ ਗੋਲੀ ਵੱਜੀ ਹੈ, ਥੱਲੇ ਡਿੱਗਾ ਹੈ, ਪਰ ਫਿਰ ਵੀ ਵੀਰ ਰਸ ਭਰਿਆ ਪਿਆ ਹੈ। ਇਸ ਤਰ੍ਹਾਂ ਕਹਿੰਦੇ ਭਾਈ ਉਹਦੇ ਸਿੰਘ ਜੀ ਦਾ ਸ਼ਹੀਦੀ ਹੋਣਾ ਹੋਇਆ, ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਭਾਈ ਉਹਦੇ ਸਿੰਘ ਜੀ ਫਿਰ ਉਸ ਥਾਂ ਦੇ ਉੱਤੇ ਸ਼ਹੀਦ ਹੋ ਗਏ ਹਨ। ਕਹਿੰਦੇ ਵੀ ਇਹ ਜੰਗ ਨੂੰ ਦੇਵਤੇ ਵੀ ਵੇਖ ਰਹੇ ਆ ਤੇ ਦੇਵਤੇ ਵੇਖ ਵੇਖ ਕੇ ਹੈਰਾਨ ਹੋ ਰਹੇ ਆ ਸਾਰੇ। ਜਾਣਦੇ ਆ ਵੀ ਇਹ ਸਿੰਘ ਐਵੇਂ ਨਹੀਂ ਲੜਿਆ, ਇਹ ਗੁਰੂ ਦੇ ਬਲ ਨਾਲ ਲੜਿਆ ਭਾਈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਪ੍ਰਤਾਪ ਨਾਲ ਲੜਿਆ ਹੈ। ਇਹ ਸਾਰੇ ਦੇਵਤੇ ਜਾਣਦੇ ਵੀ ਇਹ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਹੈ। ਪਰ ਹੁਣ ਡਿੱਗਾ ਪਿਆ ਸ਼ਹੀਦੀ ਆਖਰੀ ਸਵਾਸਾਂ ਤੇ, ਜਦੋਂ ਸਵਾਸ ਪੂਰੇ ਹੋਏ ਨਾ ਸਿੰਘ ਦੇ, ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਯਾਦ ਕੀਤਾ ਉਹਨੇ। ਮਹਾਰਾਜ ਕਲਗੀਧਰ ਪਾਤਸ਼ਾਹ ਦਾ ਧਿਆਨ ਧਰਿਆ, ਗੁਰੂ ਸਾਹਿਬ ਜੀ ਨੂੰ ਸਿਮਰਿਆ, ਮਹਾਰਾਜ ਨੂੰ ਯਾਦ ਕਰਦਾ ਕਰਦਾ ਸ਼ਹੀਦ ਹੋਇਆ ਭਾਈ ਉਹਦੇ ਸਿੰਘ। ਸਤਿ ਸ੍ਰੀ ਅਕਾਲ। ਉਹਦੇ ਸਿੰਘ ਛੋੜੇ ਤਨ ਪ੍ਰਾਨ। ਇਸ ਤਰ੍ਹਾਂ ਭਾਈ ਉਹਦੇ ਸਿੰਘ ਜੀ ਨੇ ਪ੍ਰਾਣ ਤਿਆਗੇ, ਸ਼ਹਾਦਤ ਪ੍ਰਾਪਤ ਕੀਤੀ। ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਪੁੱਤਰ ਹੈ ਭਾਈ ਉਹਦੇ ਸਿੰਘ, ਭਾਈ ਬਚਿੱਤਰ ਸਿੰਘ ਜੀ ਦਾ ਵੱਡਾ ਭਰਾ ਹੈ। ਤਾਂ ਇਸ ਤਰੀਕੇ ਨਾਲ ਕਹਿੰਦੇ ਹਨ ਕਿ ਭਾਈ ਉਹਦੇ ਸਿੰਘ ਜੀ ਨੇ ਪ੍ਰਾਣ ਤਿਆਗੇ ਹਨ ਗੁਰੂ ਸਾਹਿਬ ਜੀ ਦਾ ਧਿਆਨ ਧਰ ਕੇ। ਸਭ ਸਿੰਘਾਂ ਕੋ ਸੰਗ ਲੈ। ਸਾਰੇ ਸਿੰਘਾਂ ਨੂੰ, ਜਿੰਨੇ ਭਾਈ ਉਹਦੇ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਨਾ, ਉਹਨਾਂ ਸਾਰਿਆਂ ਨੂੰ ਨਾਲ ਲੈ ਕਰਕੇ। ਉਹਦੇ ਸਿੰਘ ਬਲ ਸੂਰ। ਭਾਈ ਉਹਦੇ ਸਿੰਘ ਜਿਹੜਾ ਬਹੁਤ ਹੀ ਬਲੀ ਸੂਰਮਾ ਹੈ। ਗੁਰੂ ਨਿਕਟ ਬਲ ਪਾਏ ਬਲ। ਗੁਰੂ ਸਾਹਿਬ ਜੀ ਦੀ ਹਜ਼ੂਰੀ ਦੀ ਪਦਵੀ ਪ੍ਰਾਪਤ ਕਰ ਲਈ, ਗੁਰੂ ਸਾਹਿਬ ਜੀ ਦੇ ਨਿਕਟ ਪਦ ਨੂੰ ਪ੍ਰਾਪਤ ਕੀਤਾ, ਨੇੜੇ ਰਹਿਣ ਵਾਲੇ ਪਦ ਨੂੰ ਪਾ ਲਿਆ। ਜਗ ਮਹਿ ਜਸ ਭਰਪੂਰ। ਇਹ ਵੱਡੀ ਪਦਵੀ ਭਾਈ ਉਹਦੇ ਸਿੰਘ ਨੇ ਪ੍ਰਾਪਤ ਕੀਤੀ ਆਪ ਵੇ, ਤੇ ਜਿੰਨੇ ਨਾਲ ਜਥੇ ਦੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਨਾਲ ਲੈ ਕੇ ਗੁਰਪੁਰੀ ਵਿੱਚ ਚਲੇ ਗਿਆ, ਸੱਚਖੰਡ ਵਿੱਚ ਚਲੇ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਦਾ ਪਦ ਪ੍ਰਾਪਤ ਕੀਤਾ। ਮਹਾਰਾਜ ਨੇ ਆਖਿਆ ਸੀ ਸਿੰਘਾ ਜਿਵੇਂ ਇੱਥੇ ਸਾਡੇ ਨਾਲ ਰਿਹਾ ਹੈ ਨਾ, ਇਸੇ ਤਰ੍ਹਾਂ ਦਰਗਾਹ ਵਿੱਚ ਵੀ ਆਪਣੇ ਨੇੜੇ ਰੱਖਾਂਗੇ ਸਿੰਘਾ ਤੈਨੂੰ। ਇਹ ਵਰਦਾਨ ਦਿੱਤਾ ਸੀ ਭਾਈ ਉਹਦੇ ਸਿੰਘ ਨੂੰ। ਤੇ ਕਲਗੀਧਰ ਪਾਤਸ਼ਾਹ ਦੇ ਨੇੜੇ ਰਹਿਣ ਦਾ ਜਿਹੜਾ ਵਰਦਾਨ ਸੀ ਉਹ ਪ੍ਰਾਪਤ ਹੋਇਆ ਸੀ। ਇਸ ਕਰਕੇ ਗੁਰੂ ਕੀ ਹਜ਼ੂਰੀ ਦਾ ਇਹ ਵੱਡਾ ਮਰਾਤਬਾ ਪ੍ਰਾਪਤ ਕੀਤਾ। ਜਗ ਮੈਂ ਜਸ ਭਰਪੂਰ, ਤੇ ਜਗ ਦੇ ਵਿੱਚ ਭਾਈ ਉਹਦੇ ਸਿੰਘ ਜੀ ਦਾ ਜਸ ਜਿਹੜਾ ਉਹ ਭਰਪੂਰ ਹੋ ਗਿਆ। ਸਾਰੇ ਸੰਸਾਰ ਵਿੱਚ ਭਾਈ ਉਹਦੇ ਸਿੰਘ ਜੀ ਦਾ ਜਸ ਭਰ ਗਿਆ।
ਵੀ ਇਹ ਭਾਈ ਉਦੈ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਆ। ਇਹਨੇ ਸਰਸਾ ਦੇ ਘਾਟ ਦੇ ਉੱਤੇ ਅਨੰਦਪੁਰ ਸਾਹਿਬ ਤੋਂ ਆਉਂਦਿਆਂ ਹੋਇਆਂ ਸਰਸਾ ਵੱਲ ਨੂੰ ਉੱਥੇ ਜ਼ਾਲਮਾਂ ਦੇ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਆ। ਤੇ ਹੁਣ ਜਦੋਂ ਵੀ ਅਨੰਦਪੁਰ ਸਾਹਿਬ ਛੱਡਣ ਦਾ ਪ੍ਰਸੰਗ, ਇਹ ਕਥਾ, ਇਹ ਵਾਰਤਾ ਚੱਲਦੀ ਹੈ, ਉਸ ਵੇਲੇ ਭਾਈ ਉਦੈ ਸਿੰਘ ਜੀ ਦਾ ਵਿੱਚ ਜ਼ਿਕਰ ਆਉਂਦਾ ਹੈ। ਭਾਵੇਂ ਕੋਈ ਕਵੀ ਸੁਣਾਵੇ, ਭਾਵੇਂ ਕੋਈ ਕਵੀਸ਼ਰ ਸੁਣਾਵੇ, ਭਾਵੇਂ ਕੋਈ ਢਾਡੀ ਸੁਣਾਵੇ, ਭਾਵੇਂ ਕੋਈ ਕਥਾਵਾਚਕ ਸੁਣਾਵੇ ਗੁਰੂ ਕਾ ਇਤਿਹਾਸ, ਤੇ ਭਾਈ ਸਾਹਿਬ ਜੀ ਦਾ ਜਸ ਗਾਇਆ ਜਾਂਦਾ। ਉਹਨਾਂ ਦੀ ਸੂਰਮਗਤੀ ਦੀਆਂ ਵਾਰਾਂ ਬਣ ਗਈਆਂ। ਤੇ ਇੱਕ ਥਾਂ ਤੇ ਨਹੀਂ, ਇਕੱਲੀ ਪੰਜਾਬ ਦੀ ਧਰਤੀ ਤੇ ਨਹੀਂ ਭਾਈ ਉਦੈ ਸਿੰਘ ਦਾ ਜਸ ਗਾਇਆ ਜਾਂਦਾ, ਦੇਸ਼ਾਂ ਵਿਦੇਸ਼ਾਂ ਵਿੱਚ, ਲੋਕ ਪਰਲੋਕ ਵਿੱਚ ਭਰਪੂਰ ਜਸ। ਵੇਖੋ ਸਦੀਆਂ ਬੀਤਣ ਤੋਂ ਬਾਅਦ ਅੱਜ ਵੀ ਉਹਨਾਂ ਦੀ ਜੈ ਜੈਕਾਰ ਕੀਤੀ ਜਾ ਰਹੀ, ਸੂਰਮਿਆਂ ਦੀ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਆ ਤੇ ਧਰਮ ਦੇ ਵਾਸਤੇ, ਧਰਮ 'ਚ ਰਹਿ ਕਰਕੇ ਦੁਸ਼ਮਣ ਦਲ ਨਾਲ ਜੂਝਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਦਾ ਜਸ ਭਰਪੂਰ ਹੈ। ਕਵੀ ਜੀ ਕਹਿੰਦੇ ਜਗ ਮੈਂ ਜਸ ਭਰਪੂਰ। ਭਾਈ ਉਦੈ ਸਿੰਘ ਤੇ ਨਾਲ ਦੇ ਸਾਥੀ ਸਿੰਘਾਂ ਦਾ ਜਸ ਸਾਰੇ ਸੰਸਾਰ ਵਿੱਚ ਭਰ ਗਿਆ ਹੈ। ਸਭੈ ਪਦ ਪਾਏ ਬੜ ਜਗ ਮਹਿ, ਸਭੈ ਸਿੰਘ ਸੂਰੇ ਜਬੈ ਮਾਰ ਲੀਨੇ। ਸਾਰੇ ਸਿੰਘ ਸੂਰਮੇ ਜਦੋਂ ਤੁਰਕਾਂ ਤੇ ਪਹਾੜੀਆਂ ਦੀ ਫੌਜ ਨੇ ਇਹਨਾਂ ਸਿੰਘਾਂ ਨੂੰ, ਭਾਈ ਉਦੈ ਸਿੰਘ ਦੇ ਸਾਥੀਆਂ ਨੂੰ ਸ਼ਹੀਦ ਕਰ ਲਿਆ ਹੈ, ਮਾਰ ਲਿਆ ਹੈ। ਪਹਾੜੀ ਮਲੇਛੈ ਮਿਲੋਕੈ ਸਜੀਨੇ। ਹੁਣ ਪਹਾੜੀਏ ਵੀ ਤੇ ਮਲੇਸ਼ ਤੁਰਕ ਵੀ ਉਹ ਵੇਖਦੇ ਆ ਤੇ ਪਛਾਣਦੇ ਆ, ਕਿਉਂਕਿ ਉਹ ਖਿਆਲ ਇਹੀ ਕਰ ਰਹੇ ਸੀ ਨਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਲੜ ਰਹੇ ਆ। ਹੁਣ ਵੇਖਦੇ ਆ, ਕਹਿੰਦੇ ਵੀ ਵੇਖੀਏ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਖਤਮ ਕਰ ਲਿਆ ਹੈ। ਮਹਾਬੋਧ ਧਾਰਿਓ ਗੁਰੂ ਮਾਰ ਲੀਨੋ। ਉਹਨਾਂ ਸਾਰਿਆਂ ਵਿੱਚ ਬੜੀ ਖੁਸ਼ੀ ਹੋਈ ਹੈ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਸੀ, ਬੜੇ ਸਾਰੇ ਖੁਸ਼ ਹੋ ਰਹੇ ਹਨ। ਅਤੇ ਆਜ ਹੋਈ ਨਹੀਂ ਜਾਣ ਦਿਨੋ। ਕਹਿੰਦੇ ਅੱਜ ਫਤਿਹ ਹੋਈ ਆਪਣੀ, ਅੱਜ ਜਿੱਤ ਹੋਈ ਆ। ਗੁਰੂ ਗੋਬਿੰਦ ਸਿੰਘ ਨੂੰ ਜਾਣ ਨਹੀਂ ਦਿੱਤਾ ਅੱਜ ਆਪਾਂ। ਕਹਿੰਦੇ ਵੀ ਅੱਜ ਮਾਰਿਆ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ। ਜਿਸੀ ਨੇ ਪਹਾੜੀ ਕਨੇਰੇ ਖਪਾਏ। ਹੁਣ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਾਤ ਦੇ ਹਨੇਰੇ ਵਿੱਚ, ਤੜਕਾ ਹੈ ਪ੍ਰਭਾਤ ਵੇਲਾ ਪਰ ਹਨੇਰਾ, ਤੇ ਉਸ ਮੌਕੇ ਦੇ ਉੱਤੇ ਗੱਲਾਂ ਕਰਦੇ ਆਪਸ ਦੇ ਵਿੱਚ। ਕਹਿੰਦੇ ਵੀ ਜਿਸ ਗੁਰੂ ਗੋਬਿੰਦ ਸਿੰਘ ਨੇ ਸਾਰੇ ਪਹਾੜੀਆਂ ਨੂੰ ਖਪਾ ਦਿੱਤਾ ਸੀ, ਬਹੁਤ ਜ਼ਿਆਦਾ ਖਪਾਇਆ ਸੀ, ਕਹਿੰਦੇ ਸਾਨੂੰ ਵੀ ਆਪਾਂ ਜੰਗ ਕਰ ਕਰਕੇ ਕਦੀ ਵੀ ਉਹਨੂੰ ਜਿੱਤ ਨਹੀਂ ਸੀ ਸਕੇ, ਅੱਜ ਆਪਾਂ ਮਾਰਿਆ ਉਸ ਗੁਰੂ ਨੂੰ। ਚਿਰੰਗਾਲ ਬੀਤਾ ਮਹਾ ਜੰਗ ਪਾਏ। ਕਹਿੰਦੇ ਵੀ ਇੱਥੇ ਵੀ ਘੇਰਾ ਪਾਇਆ, ਚਿਰ ਬੀਤ ਗਿਆ, ਚਿਰ ਕਾਲ ਹੋ ਗਿਆ ਸੀ, 7 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਸੀ, ਨਹੀਂ ਸੀ ਕਾਬੂ ਆਉਂਦੇ ਗੁਰੂ ਗੋਬਿੰਦ ਸਿੰਘ। ਅੱਜ ਉਹਨਾਂ ਨੂੰ ਆਪਾਂ ਖਤਮ ਕੀਤਾ ਹੈ। ਕਦੀ ਸ਼ਾਹੀ ਸੈਨ ਜੁਝੰਤ ਮਾਰੀ। ਕਹਿੰਦੇ ਲੜਦਿਆਂ ਹੋਇਆਂ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਵੀ ਗੁਰੂ ਗੋਬਿੰਦ ਸਿੰਘ ਨੇ ਬਹੁਤੀ ਮਾਰ ਦਿੱਤੀ। ਤੇ ਮਾਸ ਬੀਤੇ ਦਿਓ ਖੇਦ ਭਾਰੀ। ਕਈ ਮਹੀਨੇ ਬੀਤ ਗਏ, ਬੜਾ ਦੁੱਖ ਦਿੱਤਾ ਹੋਇਆ ਸੀ ਗੁਰੂ ਨੇ। ਨਹੀਂ ਖੇਦ ਤੇ ਹਾਰ ਲੈ ਕੇ ਪਧਾਰੇ। ਕਹਿੰਦੇ ਵੀ ਜੰਗ ਦੇ ਮੈਦਾਨ ਵਿੱਚੋਂ ਤੇ ਹਾਰਦਾ ਹੀ ਨਹੀਂ ਸੀ ਕਦੀ ਉਹ। ਗੁਰੂ ਗੋਬਿੰਦ ਸਿੰਘ ਜਦੋਂ ਵੀ ਜੰਗ ਕਰਨ ਵਾਸਤੇ ਚੜ੍ਹਦੇ ਸੀ, ਕਦੀ ਹਾਰ ਕੇ ਨਹੀਂ ਸੀ ਜਾਂਦਾ। ਕਿਸੇ ਵੀ ਜੰਗ ਦੇ ਮੈਦਾਨ ਵਿੱਚੋਂ ਹਾਰ ਕੇ ਨਹੀਂ ਆਇਆ ਸੀ ਜਿਹੜਾ ਗੁਰੂ, ਕਿਉਂਕਿ ਇਹ ਤੇ ਘੇਰਾ ਪਾ ਕੇ ਬੈਠੇ ਸੀ ਨਾ 7 ਮਹੀਨਿਆਂ ਦੇ। ਇਹਦੇ ਤੋਂ ਪਹਿਲਾਂ ਕਈ ਲੜਾਈਆਂ ਲੜੀਆਂ ਸੀ ਇਹਨਾਂ ਨੇ। ਸਭ ਤੋਂ ਪਹਿਲਾਂ ਭੰਗਾਣੀ ਦਾ ਯੁੱਧ, ਫਿਰ ਨਦੌਣ ਦਾ ਯੁੱਧ, ਅਨੰਦਪੁਰ ਸਾਹਿਬ ਦੀਆਂ ਹੋਰ ਕਈ ਲੜਾਈਆਂ। ਤੇ ਕਹਿੰਦੇ ਵੀ ਇਹ ਕਿਸੇ ਵੀ ਲੜਾਈ ਦੇ ਵਿੱਚੋਂ ਜੋ ਹਾਰ ਕੇ ਨਹੀਂ ਸੀ ਜਾਂਦੇ। ਵੱਡੇ ਕੇਸਰੀ ਚੰਦ ਕੇ ਆਦ ਮਾਰੇ। ਜਿਹੜੇ ਵੱਡੇ ਵੱਡੇ ਸੂਰਮੇ ਕਹਾਉਂਦੇ ਸੀ, ਕੇਸਰੀ ਚੰਦ ਵਰਗੇ, ਉਹਨਾਂ ਤੋਂ ਆਦਿਕ ਹੋਰ, ਉਹ ਸਾਰੇ ਹੀ ਜਿਸ ਗੁਰੂ ਨੇ ਮਾਰ ਦਿੱਤੇ। ਬੜੋ ਵੀਰ ਨੂੰ ਪੈਂਡ ਖਾਨ ਪਿਲਾਰਾ। ਕਹਿੰਦੇ ਵੀ ਪੈਂਡ ਖਾਨ, ਪੈਂਦੇ ਖਾਨ ਵੱਡਾ ਸੂਰਮਾ ਸੀ, ਉਹਨੂੰ ਵੀ ਗੁਰੂ ਗੋਬਿੰਦ ਸਿੰਘ ਨੇ ਮਾਰ ਦਿੱਤਾ। ਇਹ ਪੈਂਦੇ ਖਾਨ ਹੋਰ ਹੈ, ਇਹਨੂੰ ਉਹ ਨਾ ਸਮਝ ਲੈਣਾ ਜਿਹੜਾ 6ਵੇਂ ਪਾਤਸ਼ਾਹ ਨੇ ਪਾਲਿਆ ਸੀ। ਉਹ 6ਵੇਂ ਪਾਤਸ਼ਾਹ ਦਾ ਪਾਲਿਆ ਹੋਇਆ ਪਠਾਨ ਪੈਂਦੇ ਖਾਂ ਹੋਰ ਸੀ। ਇਹ ਤੁਰਕਾਂ ਦੀ ਫੌਜ ਦਾ ਸੀ ਪੈਂਦੇ ਖਾਂ, ਜਿਹੜਾ ਚੜ ਕੇ ਆਇਆ ਸੀ। ਉਹ ਹੁਣ ਕਹਿ ਰਹੇ ਆ, ਖਿਆਲ ਕਰ ਰਹੇ, ਗੱਲਾਂ ਕਰ ਰਹੇ, ਕਹਿੰਦੇ ਪੈਂਦੇ ਖਾਨ ਵੀ ਬੜਾ ਸੂਰਮਾ ਸੀ,
ਉਹਨੂੰ ਵੀ ਗੁਰੂ ਗੋਬਿੰਦ ਸਿੰਘ ਨੇ ਮਾਰ ਦਿੱਤਾ ਸੀ। ਮਹਾ ਬੋਝ ਦੇ ਤਾਈ ਤੂੰ ਆਜ ਮਾਰ। ਕਹਿੰਦੇ ਬੜਾ ਜ਼ੋਰ ਲੱਗ ਗਿਆ ਗੁਰੂ ਗੋਬਿੰਦ ਸਿੰਘ ਨੂੰ ਮਾਰਦਿਆਂ। ਕਹਿੰਦੇ ਵੇਖੋ 4.5 ਘੰਟੇ ਆਪਣੇ ਨਾਲ ਇਕੱਲਾ ਹੀ ਯੁੱਧ ਕਰਦਾ ਰਿਹਾ, ਬੜੇ ਜ਼ੋਰ ਦੇ ਨਾਲ। ਕਹਿੰਦੇ ਬੜਾ ਜ਼ੋਰ ਲੱਗਾ, ਵੀ ਬੜਾ ਤਾਣ ਲੱਗਾ, ਬੜੇ ਬਲ ਦੇ ਨਾਲ ਅੱਜ ਉਸ ਗੁਰੂ ਨੂੰ ਅਸੀਂ ਖਤਮ ਕਰ ਦਿੱਤਾ। ਬੜੀ ਦੂਰ ਸੈਲਾਨ ਕੀ ਸੈਲ ਜਗ। ਵੀ ਬਹੁਤ ਹੀ ਜਿਹੜੀ ਇਹ ਪਹਾੜ ਦੀ ਸੈਰ ਕਰਨ ਵਾਲੀ ਜਿਹੜੇ ਇਲਾਕਾ ਸੀ, ਦੂਣ ਸੀ। ਉਜਾਰੀ ਪ੍ਰਹਾਰੇ ਸਿੱਧੇ ਵੀਰ ਲੋਕ। ਕਹਿੰਦੇ ਆਪਣਾ ਤੇ ਇਲਾਕਾ ਹੀ ਉਜਾੜ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੇ। ਇਹ ਪਹਾੜੀ ਇਲਾਕੇ ਦੀ ਜਿਹੜੀ ਸੈਰ ਕਰਨ ਵਾਲੀ ਦੂਣ ਸੀ, ਇਹ ਤਾਂ ਜਾਣੋ ਉਜਾੜ ਹੀ ਦਿੱਤੀ ਸੀ, ਕਿਉਂਕਿ ਇਹਦੇ ਵਿੱਚੋਂ ਤੇ ਚੁਣ ਚੁਣ ਕੇ ਹੀ ਸੂਰਮੇ ਮਾਰ ਦਿੱਤੇ ਸੀ ਗੁਰੂ ਗੋਬਿੰਦ ਸਿੰਘ ਨੇ। ਜਦੋਂ ਜੰਗ ਪੈਂਦਾ ਸੀ ਤੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ ਗੁਰੂ ਗੋਬਿੰਦ ਸਿੰਘ ਨੇ। ਸਾਡੀ ਤੇ ਦੂਣ ਹੀ ਉਜਾੜ ਦਿੱਤੀ ਸੀ ਪਹਾੜ ਦੇ ਇਲਾਕੇ ਦੀ। ਕਨੇ ਦੇਸ਼ ਦੇਸ਼ਨ ਜਸਨ ਜਾਹੇ ਗਾਵੇ। ਜਿਸ ਗੁਰੂ ਗੋਬਿੰਦ ਸਿੰਘ ਦਾ ਜਸ ਬਹੁਤੇ ਦੇਸ਼ਾਂ ਦੇਸ਼ਾਂ ਵਿੱਚ ਗਾਇਆ ਜਾਂਦਾ ਸੀ, ਸਾਰੇ ਦੇਸ਼ਾਂ ਦੇ ਲੋਕ ਗੁਰੂ ਗੋਬਿੰਦ ਸਿੰਘ ਦਾ ਜਸ ਗਾਉਂਦੇ ਸਨ। ਤਰੈ ਤਰਾਸ ਜੋਧੇ ਨਹੀਂ ਨੇਰ ਜਾਵੇ। ਉਹ ਜਿਸ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਵੱਡੇ ਯੋਧੇ ਡਰ ਧਾਰਨ ਕਰਦੇ ਸੀ, ਕੋਈ ਵੀ ਸੂਰਮਾ ਮੂੰਹ ਨਹੀਂ ਸੀ ਕਰਦਾ ਜਿਸ ਗੁਰੂ ਗੋਬਿੰਦ ਸਿੰਘ ਵੱਲੇ। ਲੜਤੇ ਚਾਹਿਓ ਜੋ ਸਦਾ ਜੀਤ ਲੇਤਾ। ਜਿਹੜਾ ਸਦਾ ਲੜਨਾ ਹੀ ਚਾਹੁੰਦਾ ਸੀ, ਉਹਨੂੰ ਤੇ ਚਾਅ ਹੀ ਚੜਿਆ ਰਹਿੰਦਾ ਸੀ ਲੜਾਈ ਦਾ। ਜਿਹੜਾ ਸਦਾ ਯੁੱਧ ਹੀ ਕਰਨਾ ਚਾਹੁੰਦਾ ਸੀ। ਲੜੰਤੇ ਚਾਹਿਓ ਜੋ ਸਦਾ ਜੀਤ ਲੇਤਾ। ਤੇ ਜਿਹੜਾ ਸਦਾ ਹੀ ਲੜਨਾ ਚਾਹੁੰਦਾ ਸੀ ਤੇ ਫਿਰ ਲੜ ਕੇ ਜਿਹੜਾ ਸਦਾ ਹੀ ਜਿੱਤ ਲੈਂਦਾ ਸੀ। ਅੱਜ ਤੀਕ ਹਾਰਿਆ ਨਹੀਂ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ, ਜਿਹੜਾ ਸਦਾ ਹੀ ਜਿੱਤਦਾ ਹੀ ਸੀ। ਅਰੇ ਲੱਖ ਬੈਰੀ ਨਹੀਂ ਪੀਠ ਦੇਤਾ। ਕਹਿੰਦੇ ਭਾਵੇਂ ਸਾਹਮਣੇ ਲੱਖਾਂ ਵੈਰੀ ਆ ਜਾਣ ਫਿਰ ਵੀ ਪਿੱਠ ਨਹੀਂ ਸੀ ਦਿੰਦਾ। ਵੇਖੋ ਦੁਸ਼ਮਣ ਤਾਰੀਫ ਕਰ ਰਿਹਾ, ਕਹਿੰਦੇ ਅੱਜ ਉਸ ਗੁਰੂ ਨੂੰ ਮਾਰਿਆ ਆਪਾਂ। ਜਿਹਦੇ ਸਾਹਮਣੇ ਲੱਖਾਂ ਵੈਰੀ ਵੀ ਆ ਜਾਣ ਤੇ ਪਿੱਠ ਨਹੀਂ ਸੀ ਵਿਖਾਉਂਦਾ, ਐਡਾ ਬਹਾਦਰ ਸੀ, ਐਡਾ ਸੂਰਮਾ ਸੀ। ਸਭੈ ਹਿੰਦ ਵਰਨਾ ਗੁਰੂ ਜਾਨ ਮੰਨ। ਕਹਿੰਦੇ ਵੀ ਸਾਰਾ ਜਿੰਨਾ ਹਿੰਦੁਸਤਾਨ ਹੈ ਨਾ, ਇਹ ਸਾਰਾ ਹੀ ਜਿਸ ਨੂੰ ਗੁਰੂ ਜਾਣ ਕੇ ਮੰਨਦਾ ਸੀ। ਵੀ ਬਹੁਤੇ ਦੁਨੀਆ ਮਹਾਰਾਜ ਸਾਹਿਬ ਦੀ ਸ਼ਰਧਾਲੂ ਹੀ ਆ, ਬਹੁਤੇ ਸਿੱਖ ਵੀ ਸ਼ਰਧਾਲੂ ਆ, ਬਹੁਤੇ ਮੁਸਲਮਾਨ ਵੀ ਸ਼ਰਧਾਲੂ ਆ, ਹਿੰਦੂ ਵੀ ਸ਼ਰਧਾਲੂ ਆ ਗੁਰੂ ਗੋਬਿੰਦ ਸਿੰਘ ਜੀ ਦੇ। ਤੇ ਹੁਣ ਵੀ ਕਿਉਂ ਨਾ, ਜਦੋਂ ਆ ਕੇ ਆਖਿਆ ਸੀ ਵੀ ਸਾਡੇ ਧਰਮ ਨੂੰ ਖਤਰਾ ਬਣ ਗਿਆ, ਸਾਡੇ ਤਿਲਕ ਲਾਏ ਜਾ ਰਹੇ, ਜੰਨੂ ਲਾਏ ਜਾ ਰਹੇ, ਉਦੋਂ ਬਾਂਹ ਵੀ ਤਾਂ ਗੁਰੂ ਗੋਬਿੰਦ ਸਿੰਘ ਨੇ ਫੜੀ ਸੀ। ਆਪਣੇ ਪਿਤਾ ਨੂੰ ਆਖਿਆ ਸੀ, ਪਿਤਾ ਜੀ ਤੁਸੀਂ ਜਾ ਕੇ ਕੁਰਬਾਨੀ ਕਰ ਦਿਓ, ਮੈਂ ਭਾਵੇਂ ਯਤੀਮ ਹੋ ਜਾਵਾਂ ਪਰ ਇਹਨਾਂ ਦਾ ਧਰਮ ਬਚਣਾ ਚਾਹੀਦਾ। ਤੇ ਜਿਹੜੇ ਭਾਵਨਾ ਵਾਲੇ ਹਿੰਦੂ ਪਰਿਵਾਰ ਵਾ, ਉਹ ਅੱਜ ਵੀ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਕਰਦੇ। ਠੀਕ ਆ, ਕੁਝ ਨਾ ਕਰਨ, ਜਿਹਨਾਂ ਦੇ ਮਨ ਦੇ ਵਿੱਚ ਐਸਾ ਖਿਆਲ ਨਹੀਂ ਗੇ, ਥੋੜਿਆਂ ਕੁ ਨੂੰ ਛੱਡ ਕੇ ਜਿਹੜੇ ਭਾਵਨਾ ਵਾਲੇ ਆ, ਉਹ ਹਿੰਦੂ ਵੀ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਕਰਦੇ ਆ, ਮੁਸਲਮਾਨ ਵੀ ਕਰਦੇ ਆ, ਤੇ ਸਿੱਖਾਂ ਨੇ ਤੇ ਕਰਨਾ ਹੀ ਹੈ। ਤੋ ਇਸ ਕਰਕੇ ਉਹ ਦੁਸ਼ਮਣ ਦਲ ਕਹਿ ਰਿਹਾ, ਕਹਿੰਦੇ ਵੀ ਸਾਰਾ ਹੀ ਹਿੰਦੂ ਜਿੰਨਾ ਵੀ ਇਹ ਇਲਾਕਾ ਹੈ, ਹਿੰਦੁਸਤਾਨ ਦੇ ਲੋਕ ਜਿਸ ਨੂੰ ਗੁਰੂ ਜਾਣ ਕੇ ਮੰਨਦੇ ਸੀ। ਮਰਿਓ ਆਜ ਸੋ ਕਨੇ ਵੀਰ ਹੰਡ। ਕਹਿੰਦੇ ਅੱਜ ਉਹ ਸਾਡੇ ਹੱਥੋਂ ਮਰ ਗਿਆ, ਕਿਉਂਕਿ ਜਦੋਂ ਇਹ ਅੱਖਰਾਂ ਦੇ ਅਰਥ ਕਰਨੇ ਪੈਣ, ਇਹ ਸਾਡੀ ਬੋਲੀ ਨਹੀਂ ਹੈ। ਇਹ ਜੋ ਉਹ ਦੁਸ਼ਮਣ ਦਲ ਕਹਿ ਰਿਹਾ ਹੈ, ਉਹਦਾ ਕਵੀ ਜੀ ਨੇ ਵਰਣਨ ਕੀਤਾ ਹੈ, ਤੇ ਵਿਆਖਿਆ ਕਰਨ ਵਾਲੇ ਨੂੰ ਉਸੇ ਤਰ੍ਹਾਂ ਹੀ ਬੋਲਣਾ ਪੈਂਦਾ ਹੈ। ਕਈ ਵਾਰੀ ਮਨ ਵਿੱਚ ਐਸਾ ਵੀ ਖਿਆਲ ਆ ਜਾਵੇਗਾ ਵੀ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਇਹ ਕਿਸ ਤਰ੍ਹਾਂ ਦੇ ਅੱਖਰ ਬੋਲੀ ਜਾ ਰਿਹਾ, ਕਿਉਂਕਿ ਇਹ ਵਿਆਖਿਆ ਹੋ ਰਹੀ ਵੀ ਦੁਸ਼ਮਣ ਕੀ ਕਹਿ ਰਿਹਾ ਗੁਰੂ ਸਾਹਿਬ ਦੇ ਵਾਸਤੇ। ਹੁਣ ਉਹਨਾਂ ਨੇ ਸ਼ਹੀਦ ਤਾਂ ਕੀਤਾ ਭਾਈ ਉਦੇ ਸਿੰਘ ਨੂੰ, ਪਰ ਉਹ ਗੱਲਾਂ ਕਰ ਰਹੇ ਗੁਰੂ ਗੋਬਿੰਦ ਸਿੰਘ ਜੀ ਦੀਆਂ। ਉਹ ਕਹਿੰਦੇ ਵੀ ਅੱਜ ਉਹ ਗੁਰੂ ਸਾਡੇ ਹੱਥੋਂ ਮਰ ਗਿਆ ਹੈ, ਜਿਸ ਨੇ ਸਾਡੇ ਬੜੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ ਸੀ। ਕਹਿੰਦੇ ਜਿਹੜਾ ਜੰਗ 7 ਮਹੀਨਿਆਂ ਤੋਂ ਚੱਲਿਆ ਉਹਦਾ, ਉਦੋਂ ਪਹਿਲੋਂ ਵੀ ਕਈ ਲੜਾਈਆਂ ਹੋਈਆਂ, ਹਮੇਸ਼ਾ ਦਾ ਜੰਗ ਚੱਲਿਆ ਉਹਦਾ ਸੀ। ਉਸ ਜੰਗ ਦੀ ਕਹਿੰਦੇ ਅੱਜ ਅੰਤ ਹੋ ਗਿਆ, ਉਸ ਜੰਗ ਦੀ ਅੱਜ ਸਮਾਪਤੀ ਹੋ ਗਈ, ਕਿਉਂਕਿ ਅੱਜ ਅਸੀਂ ਉਸ ਗੁਰੂ ਨੂੰ ਮਾਰ ਲਿਆ ਹੈ। ਕਹਿੰਦੇ ਜੇ ਜਿਉਂਦਾ ਰਹਿੰਦਾ ਤੇ ਇਹਨੇ ਫੇਰ ਭਿੜ ਪੈਣਾ ਸੀ ਆਪਣੇ ਨਾਲ, ਇਹਨੇ ਫੇਰ ਜੰਗ ਕਰਨਾ ਸੀ, ਭਾਵੇਂ ਕਿਲਾ ਛੱਡ ਹੀ ਦਿੱਤਾ ਨਾ, ਜੇ ਜਿਉਂਦਾ ਰਹਿੰਦਾ ਇਹਨੇ ਫੇਰ ਬਹੁਤਾ ਭੇੜ ਪਾਉਣਾ ਸੀ।
ਕਵੀ ਜੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਸੀ ਉਹ ਮਲੇਸ਼ ਮੈਲੀ ਇੱਛਾ ਵਾਲੇ ਤੁਰਕ ਤੇ ਪਹਾੜੀਏ। ਨਹੀਂ ਮੂਲ ਜਾਣੈ ਗੁਰੂ ਖੇਲ ਧਾਰੀ। ਇੱਥੇ ਹੁਣ ਕਵੀ ਜੀ ਬੋਲ ਰਹੇ ਆ, ਕਹਿੰਦੇ ਮੂਰਖ ਜਾਣਦੇ ਨਹੀਂ ਵੀ ਜਿਸ ਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਖਤਮ ਕਰ ਲਿਆ, ਇਹ ਨਹੀਂ ਜਾਣਦੇ ਵੀ ਇਹ ਤਾਂ ਗੁਰੂ ਦੀ ਖੇਲ ਵਾ। ਵੀ ਗੁਰੂ ਨੂੰ ਮਾਰਨ ਵਾਲਾ ਕੌਣ ਹੈ ਜਿਹੜਾ ਗੁਰੂ ਨੂੰ ਕੋਈ ਮਾਰ ਲਵੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਉਹ ਤਾਂ ਅਬਿਨਾਸੀ ਹੈ ਤੇ ਅਬਿਨਾਸੀ ਨੂੰ ਕੋਈ ਨਾਸ ਕਰ ਸਕਦਾ ਹੈ। ਕਵੀ ਜੀ ਕਹਿੰਦੇ ਵੀ ਇਹ ਮੂਰਖ ਇਸ ਤਰ੍ਹਾਂ ਬੋਲ ਰਹੇ ਆ ਵੀ ਅਸੀਂ ਗੁਰੂ ਨੂੰ ਮਾਰ ਲਿਆ, ਪਰ ਇਹ ਨਹੀਂ ਜਾਣਦੇ ਵੀ ਗੁਰੂ ਗੋਬਿੰਦ ਸਿੰਘ ਤੇ ਹਾਲੇ ਆਪਣੀ ਆਈ ਤੇ ਆਇਆ ਹੀ ਨਹੀਂ ਹੈ। ਉਹ ਤੇ ਹਾਲੇ ਉਹਦਾ ਤੇ ਖੇਲ ਹੀ ਹੈ, ਤਮਾਸ਼ਾ ਹੀ। ਮਹਾਰਾਜ ਨੇ ਆਖਿਆ ਹੀ ਆ ਵੀ ਦੇਖਣ ਆਇਓ ਜਗਤ ਤਮਾਸ਼ਾ। ਨਹੀਂ ਤੇ ਪਿੱਛੇ ਜ਼ਿਕਰ ਆਇਆ ਜਿਸ ਸਿੱਖ ਨੇ ਪਾਰਸ ਭੇਟ ਕੀਤਾ ਸੀ ਨਾ, ਉਹਨੂੰ ਆਖਿਆ ਸੀ ਮਹਾਰਾਜ ਕਹਿੰਦੇ ਤੂੰ ਕੀ ਖਿਆਲ ਕਰਦਾ ਤੇ ਲੋਕ ਕੀ ਖਿਆਲ ਕਰਦੇ ਆ। ਜੇ ਚਾਹੀਏ ਤੇ ਇੱਕ ਤੀਰ ਦੀ ਮਾਰ ਨਹੀਂ ਜਿੰਨਾ ਇਹ ਤੁਰਕਾਨਾ ਇਕੱਠਾ ਹੋਇਆ ਪਿਆ, ਇੱਕ ਤੀਰ ਦੀ। ਪਰ ਮਹਾਰਾਜ ਕਹਿੰਦੇ ਰਜਾ ਹੀ ਇਸ ਤਰ੍ਹਾਂ ਹੈ ਵਾਹਿਗੁਰੂ ਦੀ, ਇਹ ਕੁਝ ਕਰਨਾ ਨਹੀਂ। ਕਹਿੰਦੇ ਜਾਣਦੇ ਨਹੀਂ ਹਨ ਇਹ ਮੂਰਖ ਲੋਕ। ਬੜੇ ਤੀਰ ਮਾਰੇ ਅੰਗਾਤ ਹਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤੀਰ ਮਾਰਦੇ ਆ ਤੇ ਫਿਰ ਤਾਂ ਘੋੜਿਆਂ ਦੇ ਸਰੀਰ ਥਾਣੀ ਵੀ ਪਾਰ ਕਰ ਦਿੰਦੇ ਹਨ। ਨਰਨ ਬਾਪਰੇ ਤੇ ਕਹੋ ਕਿਉਂ ਨ ਮਾਰੇ। ਕਹਿੰਦੇ ਵੀ ਇਹ ਮਨੁੱਖ ਵਿਚਾਰੇ ਕੀ ਆ, ਦੱਸੋ ਵੀ ਇਹਨਾਂ ਨੂੰ ਕਿਉਂ ਨਹੀਂ ਗੁਰੂ ਗੋਬਿੰਦ ਸਿੰਘ ਮਾਰ ਸਕਦੇ। ਮਹਾਰਾਜ ਤੇ ਉਂਝ ਮਨੁੱਖ ਲੀਲਾ ਕਰ ਰਹੇ ਹਨ। ਜਤਾ ਨੀਰ ਰੋਕੇ ਗਿਰਨ ਅਗਰ ਰੋਕਾ। ਜਿਵੇਂ ਕਹਿੰਦੇ ਵੀ ਪਾਣੀ ਦੀ ਨਦੀ ਆਉਂਦੀ ਹੈ ਤੇ ਉਹਦੇ ਅੱਗੇ ਪਹਾੜ ਆ ਜਾਵੇ ਤੇ ਪਹਾੜ ਉਸ ਪਾਣੀ ਨੂੰ ਰੋਕ ਕੇ ਰੱਖੇ, ਇਸ ਤਰ੍ਹਾਂ ਭਾਈ ਉਦੈ ਸਿੰਘ ਨੇ ਇਸ ਫੌਜ ਨੂੰ ਰੋਕਿਆ ਹੋਇਆ ਸੀ। ਤੇ ਜਿਵੇਂ ਉਹ ਪਹਾੜ ਢਹਿ ਜਾਵੇ ਤੇ ਪਾਣੀ ਫੇਰ ਅੱਗੇ ਚੱਲਣ ਲੱਗ ਪੈਂਦਾ। ਜਾਣੋ ਪਹਾੜ ਦੀ ਤਰ੍ਹਾਂ ਸੀ ਭਾਈ ਉਦੈ ਸਿੰਘ, ਪਾਣੀ ਦੀ ਨਦੀ ਦੀ ਤਰ੍ਹਾਂ ਸੀ ਇਹ ਫੌਜ ਤੁਰਕਾਂ ਤੇ ਪਹਾੜੀਆਂ ਦੀ। ਭਾਈ ਉਦੈ ਸਿੰਘ ਜੀ ਸ਼ਹੀਦ ਹੋ ਗਿਆ, ਜਾਣੋ ਪਹਾੜ ਢਹਿ ਗਿਆ ਹੈ ਤੇ ਫਿਰ ਪਾਣੀ ਦੀ ਨਦੀ ਉਸੇ ਤਰ੍ਹਾਂ ਫੌਜ ਜਿਹੜੀ ਅੱਗੇ ਚੱਲਣ ਲੱਗ ਪਈ ਹੈ। ਉਹ ਸਾਰਾ ਜਿਹੜਾ ਦਲ ਹੈ ਤੁਰਕਾਂ ਦਾ ਤੇ ਪਹਾੜੀਆਂ ਦਾ, ਉਹ ਸਰਸਾ ਨਦੀ ਵੱਲ ਨੂੰ ਦੌੜਦਾ ਹੋਇਆ ਆ ਰਿਹਾ ਹੈ। ਗੁਰੂ ਨੰਦ ਸੰਗੇ ਜਹਾਂ ਕੀ ਲੜਾਈ। ਤੇ ਗੁਰੂ ਕਾ ਨੰਦ, ਗੁਰੂ ਕਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਵੀ ਲੜਾਈ ਕਰ ਰਹੇ। ਜਿੱਥੇ ਗੁਰੂ ਕਾ ਸਾਹਿਬਜ਼ਾਦਾ ਲੜਾਈ ਕਰ ਰਿਹਾ ਸੀ ਨਾ ਤੁਰਕਾਂ ਦੀ ਫੌਜ ਨਾਲ, ਇਹ ਪਿਛਲਾ ਦਲ ਵੀ ਕਹਿੰਦੇ ਉੱਥੋਂ ਤੀਕ ਆ ਗਿਆ ਹੈ। ਨਦੀ ਸੋ ਚੜੀ ਮੀਂਹ ਬੁੱਟਿਓ ਹੋ ਜਾਏ। ਉਹਨਾਂ ਦਿਨਾਂ 'ਚ ਪਿੱਛੇ ਮੀਂਹ ਬੜਾ ਪਿਆ ਹੋਇਆ ਸੀ ਪਹਾੜਾਂ ਦੇ ਵਿੱਚ। ਇਹ ਜਿਹੜੀ ਨਦੀ ਹੈ ਸਰਸਾ ਨਦੀ, ਇਹਦੇ 'ਚ ਪਾਣੀ ਬਹੁਤ ਆਇਆ ਹੋਇਆ ਸੀ, ਹੜ੍ਹ ਆਇਆ ਹੋਇਆ ਸੀ, ਨੱਕੋ ਨੱਕੀ ਭਰੀ ਹੋਈ ਸੀ ਇਹ ਕੰਢਿਓ ਕੰਢੀ। ਕਿਤੇ ਸਿੰਘ ਕੋ ਬੇਗ ਵਿਚੈ ਬਹਾਏ। ਕਹਿੰਦੇ ਕਿੰਨੇ ਸਿੰਘਾਂ ਨੂੰ ਤੇ ਸਰਸਾ ਨਦੀ ਆਪਣੇ ਵਿੱਚ ਹੀ ਵਹਾ ਕੇ ਲੈ ਗਈ। ਕਈ ਸਿੰਘ ਤਾਂ ਉਸ ਰਾਤ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਵਿੱਚ ਹੀ ਰੁੜ ਗਏ। ਜਦੋਂ ਪਿੱਛੋਂ ਇੰਨਾ ਫੌਜ ਦਾ ਹਮਲਾ ਹੈ, ਅੱਗੇ ਨਦੀ ਚੜੀ ਹੋਈ ਹੈ, ਮੀਂਹ ਵੀ ਪੈਂਦਾ ਸੀ ਤੇ ਉਸ ਮੌਕੇ ਦੇ ਉੱਤੇ ਬਹੁਤੇ ਸਿੰਘ ਤਾਂ ਵਿੱਚ ਹੀ ਰੁੜ ਗਏ, ਸਰਸਾ ਦੇ ਭੇਟ ਹੋ ਗਏ। ਤਾਂ ਇੱਥੇ ਹੀ ਫਿਰ ਸਾਧ ਸੰਗਤ ਜੀ ਕੱਲ ਬੇਨਤੀ ਸਾਂਝੀ ਕੀਤੀ ਸੀ ਕਿ ਮਹਾਰਾਜ ਸਾਹਿਬ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਵੀ ਕੀਤਾ। ਫਿਰ ਜਿਵੇਂ ਸਰਸਾ ਪਾਰ ਕੀਤੀ ਉਹ ਕੱਲ ਦੇ ਪ੍ਰਸੰਗ ਵਿੱਚ ਆਵੇਗਾ। ਔਰ ਕੱਲ ਨੂੰ ਮਹਾਰਾਜ ਸਾਹਿਬ ਜੀ ਦਾ ਨਾਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਹੈ। ਉਸ ਸੰਬੰਧ ਵਿੱਚ ਵੀ ਬੇਨਤੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ।